वाहिगुरु जी की फतेह। गुरुदेव पातशाह धन श्री गुरु ग्रंथ साहिब महाराज जी की पवित्र हजूरी अंदर धन बाबा जोरावर सिंह जी, धन बाबा फतेह सिंह जी, धन मात गुजर कौर जी दे महान शहीदी अस्थान ते अदब प्यार विच सजी साध संगत गोरे इतिहास की लड़ी विच आप जी सतगुरु साहिब श्री गुरु गोबिंद सिंह सच्चे पातशाह महाराज जी दे श्री आनंदपुर साहिब विच कीते युद्ध की वारता सरवण कर रहे हो। तो इतिहास की लड़ी आरंभ करन तो पहला हर रोज़ की तरह कुल मानवता वास्ते अरदास करिए। साध संगत त्रा त्रा कर उठी लुकाई, सारी दुनिया के उत्ते एक बहुत भयानक खौफ छाया होया, बेबस हो गए लोग। और गुरु चरणों में अरदास साडा अधिकार है, साडी ताकत है, साडी बंदगी है। कुल मानवता वास्ते सच्चे पातशाह जी के चरणों च रजोई करनी साडा धर्म है। साध संगत सो बेनती करिए महाराज सब नूं दे अरोगता बख्शन, तंदुरुस्ती बख्शन। उन्हां वास्ते भी जरूर अपनी सुरत का हिस्सा जरूर पाओ। नाम बाणी दे राही जिहड़े दुख तकलीफां च जिंदगी का रिस्क लैके सड़कों ते बैठे जूझ रहे ने अद्धे साल तो आओ सारे भावना करके मन करके हाजरी भरीए, सारे योगदान पाइए, जोदरी करिए महाराज के चरणों च। दो छिन सुरत टिका के इकाग्रता नाल सिमरो जी वाहिगुरू 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 वाहिगुरू। सतनाम श्री वाहिगुरू। साध संगत लगभग 7-8 महीने घेरा पिया नूं हो गया। कुछ सिंघां दी ये विचार सी कि सच्चे पातशाह जी जिंदगी धर्म तो कुर्बान करांगे, आप जी उत्ते भरोसा है, प्रीत है, प्रतीत है, पर महाराज जी भुख नाल मरन का की फायदा। इस वास्ते श्री आनंदपुर साहब छड्ड देना चाहिए। तो वह भी उदों जदों दुश्मन कह रहा, अर्जा कर रहा भी आनंदपुर साहब छड्ड दो। गुरुदेव जी कहने लगे ठीक है, तुहाडा ये फैसला है, तुहाडे लिए कोई बंदिश नहीं है, तुसीं लिख के दे जाओ भी महाराज असीं जा रहे हाँ। कुछ ने लिख दिता। साध संगत दूसरा पक्ष आप जी ने सरवण किया सी कि पहाड़ी राजियां ने ते औरंगजेब वालों दोनों वालों ही वक्रे वक्रे अपने अपने धर्म के चिन्ह नाल लैके धर्म का वास्ता पा के धर्म नूं जामन बना के धर्म चिन्ह सहित कली पत्तरकार नहीं आई। साध संगत कुरान शरीफ सैयद सिर ते चुक के लिया तो इधरों पुजारी ने थाली दे विच गऊ सालग्राम एक छुरी भी रखी हुई सी।
ਨਾ ਤੇ ਉਹ ਸੰਦੇਸ਼ ਸੀ, ਨਾ ਉਹ ਫਰਮਾਨ ਸੀ, ਨਾ ਉਹ ਕੱਲਾ ਅਹਿਦਨਾਮਾ ਸੀ, ਉਹਦੇ ਨਾਲ ਧਰਮ ਚਿੰਨ੍ਹ ਵੀ ਲਿਆਂਦੇ ਗਏ ਨੇ। ਗੱਲ ਬਹੁਤ ਅਹਿਮ ਹੈ ਸਾਧ ਸੰਗਤ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਖਾ ਲਿਆ ਸਾਰਾ ਕੁਝ, ਨਕਾਰਿਆ ਨਹੀਂ, ਉਹਨੂੰ ਰੱਖ ਲਿਆ। ਇੱਧਰ ਸਿੱਖਾਂ ਨੇ ਜਿਹੜਾ ਕਾਗਜ਼ ਲਿਖਿਆ, ਜਿਨ੍ਹਾਂ ਦੀ ਇਹ ਮਨਸਾ ਸੀ ਵੀ ਸਾਨੂੰ ਹੁਣ ਜਾਨ ਬਚਾ ਲੈਣੀ ਚਾਹੀਦੀ ਹੈ, ਫਿਰ ਅਸੀਂ ਜੰਗ ਕਰ ਲਾਂਗੇ, ਗੁਰੂ ਸਾਹਿਬ ਜੀ ਨੇ ਉਹ ਕਾਗਜ਼ ਜੇਬ ਵਿੱਚ ਪਾ ਲਿਆ। ਇੱਥੋਂ ਵਿਚਾਰ ਦੀ ਲੜੀ ਆਰੰਭ ਹੁੰਦੀ ਹੈ। ਸਾਹਿਬ ਪਿਆਰ, ਸ਼ਰਧਾ, ਇਕਾਗਰਤਾ, ਸੋਝੀ ਬਖਸ਼ਣ, ਆਪ ਸੰਗਤ ਅਸੀਸ ਦਿਓ, ਪਿਆਰ ਵਿੱਚ ਜੁੜ ਕੇ ਜਪੋ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਫਿਰ ਸਿਮਰੋ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਹੋਏ ਸਾਵਤ ਰਣ ਜੂਝੈ ਹੋਈ। ਇਹ ਪੱਕੀ ਗੱਲ ਹੈ ਸਾਧ ਸੰਗਤ ਜੀ, ਮੈਦਾਨੇ ਜੰਗ ਵਿੱਚ ਸੂਰਮੇ ਹੀ ਜੂਝਦੇ ਆ, ਜਿਹੜੇ ਸਾਬਤ ਨਿੱਤਰਦੇ ਆ, ਜਿਹੜੇ ਸਿਦਕ ਸਬੂਰੀ ਵਿੱਚ ਹੁੰਦੇ ਆ। ਸਾਰਿਆਂ ਦੇ ਹਿੱਸੇ ਨਹੀਂ ਆਇਆ ਕਿ ਸਿਰ ਤਲੀ ਤੇ ਰੱਖ ਕੇ ਜੂਝੇ। ਸੂਰਮਾ ਹੋਣ ਵਾਸਤੇ ਪਹਿਲਾਂ ਆਤਮ ਜੇਤੂ ਹੋਣਾ ਬੜਾ ਜ਼ਰੂਰੀ ਹੈ, ਨਹੀਂ ਤੇ ਮਨ ਤੇ ਬਹੁਤ ਕੁਝ ਕਹੇਗਾ। ਜਿਹੜੇ ਮਨ ਨੂੰ ਜਿੱਤ ਲੈਂਦੇ ਆ ਉਹੀ ਅਸਲ 'ਚ ਸੂਰਮੇ ਬਣਦੇ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਮੈਦਾਨੇ ਜੰਗ ਵਿੱਚ ਕਹਿੰਦੇ ਵੀ ਉਹੀ ਜੂਝੇਗਾ ਜਿਹੜਾ ਸਾਬਤ ਹੋਏਗਾ, ਉਹੀ ਸੂਰਮਾ ਮੈਦਾਨੇ ਜੰਗ ਦਾ ਸ਼ਿੰਗਾਰ ਹੋਵੇਗਾ। ਅਵਨੀ ਰਾਜ ਭੋਗ ਹੈ ਸੋਈ। ਕੁਦਰਤੀ ਹੈ ਜੀ, ਐਸੇ ਆਤਮ ਜੇਤੂ ਹੀ ਅਸਲ 'ਚ ਜੱਗ ਜਿੱਤਦੇ ਆ, ਜਿਹਨੂੰ ਕਿਹਾ ਮਨ ਜੀਤਾ ਜੱਗ ਜੀਤ। ਉਹੀ ਅਵਨੀ ਦੇ ਜੇਤੂ ਹੁੰਦੇ ਆ, ਜਗਤ ਦੇ ਜੇਤੂ ਹੁੰਦੇ ਹਨ। ਕਾਗਦ ਲਿਖਿਓ ਜੇਬ ਲੈ ਡਾਰਾ। ਜਿਹੜੀ ਲਿਖਤ ਦਿੱਤੀ ਨਾ ਜੀ, ਅਸੀਂ ਮਹਾਰਾਜ ਜੀ ਜਾ ਰਹੇ ਹਾਂ, ਜਿਹੜੇ ਚੰਦਕੂ ਸਿੰਘਾਂ ਨੇ ਜਿੰਨਾ ਵੀ ਲਿਖਿਆ, ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਾਗਜ਼ ਲੈ ਕੇ ਆਪਣੇ ਕੋਲ ਸੰਭਾਲ ਲਿਆ, ਆਪਣੇ ਖਜ਼ਾਨੇ ਵਿੱਚ, ਆਪਣੇ ਕਮਰ ਕੱਸੇ, ਜਿਹੜਾ ਵੀ ਕੋਲ ਜਗ੍ਹਾ ਸੀ, ਜੇਬ ਸੀ, ਉਹ ਕਾਗਜ਼ ਦਾ ਟੁਕੜਾ ਆਪਣੇ ਕੋਲ ਰੱਖ ਲਿਆ। ਬਾਹਰ ਵਕੀਲਨ ਪਾਸ ਹਕਾਰਾ। ਉਸ ਤੋਂ ਬਾਅਦ ਦੂਜਾ ਪਹਿਲੂ ਹੈ ਜਿਹੜਾ, ਇਹ ਵੱਖਰਾ ਪੱਖ ਸੀ। ਦੂਸਰਾ ਪਹਿਲੂ ਹੈ ਜਿਹੜਾ ਜੀ ਇਸ ਇਤਿਹਾਸ ਦੀ ਲੜੀ ਦਾ। ਅਰਥ ਇਹ ਨਹੀਂ ਵੀ ਉਸੇ ਪਲ ਵਿੱਚ ਸਾਰਾ ਕੁਝ ਵਾਪਰ ਰਿਹਾ, ਅੱਗੇ ਪਿੱਛੇ ਵੀ ਵਾਪਰਿਆ ਹੋਏਗਾ। ਦੂਸਰਾ ਪੱਖ ਵੀ ਜਿਹੜੇ ਦੂਤ ਆਏ ਸੀ, ਸੁਨੇਹਾ ਲੈ ਕੇ ਆਏ ਸੀ, ਸੈਯਦ ਤੇ ਪੁਜਾਰੀ ਵੱਖਰੇ ਸੀ, ਤੇ ਨਾਲ ਜਿਹੜੇ ਬੇਨਤੀ ਪੱਤਰ ਲੈ ਕੇ ਆਏ ਸੀ ਉਹ ਅਲੱਗ ਆਏ ਸਨ। ਸਾਧ ਸੰਗਤ, ਮੈਂ ਤਾਂ ਇਸ ਗੱਲ ਤੇ ਜ਼ੋਰ ਦਿੰਦਾ ਕਿ ਇਹ ਕੇਵਲ ਸੰਦੇਸ਼ ਨਹੀਂ ਸੀ, ਕੇਵਲ ਅਹਿਦਨਾਮਾ ਨਹੀਂ ਸੀ, ਇੱਕ ਜੋਦੜੀ, ਇੱਕ ਬੇਨਤੀ, ਇੱਕ ਤਰਲਾ, ਇੱਕ ਵਾਸਤਾ ਸੀ। ਸਰਕਾਰੀ ਕਾਗਜ਼ ਲੈ ਕੇ ਜਿਹੜੇ ਦੂਤ ਆਏ ਸੀ ਉਹ ਅਲੱਗ ਸੀ, ਜਿਹੜੇ ਧਰਮ ਚਿੰਨ੍ਹ ਲੈ ਕੇ ਸੈਯਦ ਤੇ ਪੁਜਾਰੀ ਪੰਡਤ ਆਏ ਸੀ ਉਹ ਅਲੱਗ ਸੀ। ਹੁਣ ਇਹ ਦੂਸਰਾ ਪੱਖ ਹੈ। ਮਹਾਰਾਜ ਉਹ ਦੂਤਾਂ ਦੇ ਨਾਲ ਗੱਲ ਕਰਦੇ ਆ। ਰਸਤੇ ਦੋ ਨੇ, ਜਾਂ ਤੇ ਕੁਰਾਨ ਮਜੀਦ ਤੇ ਸਾਲਗ੍ਰਾਮ, ਜਿਹੜਾ ਕਿਸੇ ਦਾ ਨਿਸ਼ਚਾ ਹੈ, ਕਿਸੇ ਦੇ ਜਜ਼ਬਾ, ਕਿਸੇ ਦੇ ਧਰਮ ਦੇ ਪਾਕ ਚਿੰਨ੍ਹ ਹੋਣਗੇ, ਜਾਂ ਤੇ ਉਹਨੂੰ ਨਕਾਰ ਦਿੰਦੇ ਵੀ ਵਾਪਸ ਲੈ ਜਾਓ, ਤੇ ਜੇ ਸਤਿਕਾਰ ਦਿੰਦੇ ਤੇ ਫਿਰ ਉਹਨੂੰ ਸਵੀਕਾਰਨਾ ਸੀ। ਮਹਾਰਾਜ ਨੇ ਨਕਾਰਿਆ ਨਹੀਂ ਸਾਧ ਸੰਗਤ ਜੀ। ਇਹ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਸੈਕੂਲਰਿਜ਼ਮ, ਕਿ ਸਿਰਫ ਆਪਣੇ ਧਰਮ ਦਾ ਹੀ ਸਨਮਾਨ ਨਹੀਂ ਜੀ, ਇਹ ਹੈ ਸਾਧ ਸੰਗਤ ਜੀ ਉਦਾਰਵਾਦੀ ਸੋਚ, ਇਹ ਹੈ ਇਨਸਾਨੀਅਤ। ਨਹੀਂ ਤੇ ਧਰਮ ਦੇ ਅਰਥ ਜਿਹੜੇ ਸੀ ਨਾ, ਉਹ ਫਿਰਕੂ ਨਫ਼ਰਤ ਬਣਾ ਦਿੱਤੇ ਹੋਏ ਸੀ ਲੋਕਾਂ ਨੇ। ਤੇ ਗੁਰਦੇਵ ਪਾਤਸ਼ਾਹ ਹਜ਼ੂਰ ਨੇ ਕੁਰਾਨ ਮਜੀਦ ਨੂੰ ਵੀ ਬੜਾ ਸਨਮਾਨ ਦਿੱਤਾ, ਕਿਉਂਕਿ ਕਿਸੇ ਦਾ ਆਦਰਯੋਗ ਹੈ। ਲੱਖਾਂ ਲੋਕਾਂ ਦੇ ਜਜ਼ਬਾਤ ਨੇ, ਭਾਵਨਾਵਾਂ ਨੇ, ਉਹਨਾਂ ਦੇ ਧਰਮ ਦੀਆਂ ਬਹੁਤ ਸਾਰੀਆਂ ਮਾਨਤਾਵਾਂ ਜੁੜੀਆਂ ਹੋਈਆਂ ਨੇ। ਇੱਦਾਂ ਹੀ ਹਿੰਦੂਆਂ ਦੇ ਚਿੰਨ੍ਹ ਸਨ ਜੀ, ਉਹਨਾਂ ਨੂੰ ਵੀ ਨਹੀਂ ਨਕਾਰਿਆ ਮਹਾਰਾਜ ਨੇ, ਤੇ ਦੂਤਾਂ ਨੂੰ ਬੁਲਾਇਆ। ਸਭ ਕੀ ਆਨ ਕਰੀ ਲਿਖ ਜੋਈ। ਤੋ ਸਾਧ ਸੰਗਤ, ਜਿਹੜਾ ਕਾਗਜ਼ ਸੀ ਉਹ ਸਿੱਖਾਂ ਵਾਲਾ, ਉਹ ਵੀ ਸਤਿਗੁਰਾਂ ਨੇ ਸੰਭਾਲਿਆ। ਤੇ ਜਿਹੜੇ ਇਹ ਕਾਗਜ਼ ਸੀ ਨਾ ਇਹਨਾਂ ਦੇ ਅਹਿਦਨਾਮੇ ਵਾਲੇ, ਜਾਂ ਜਿਹੜੇ ਵੀ ਰਾਜਿਆਂ ਨੇ ਤੇ ਭੇਜੇ ਔਰੰਗਜ਼ੇਬ ਨੇ, ਉਹ ਵੀ ਗੁਰੂ ਸਾਹਿਬ ਜੀ ਨੇ ਸੰਭਾਲੇ। ਕਾਗਜ਼ ਹਮਕੋ ਦੀਜੈ ਸੋਈ। ਗੁਰਦੇਵ ਜੀ ਕਹਿੰਦੇ ਜਿਹੜੇ ਜਿਹਦੇ ਤੇ ਲਿਖੀ ਕਸਮ ਲਿਖੀ ਹੈ, ਅਹਿਦ, ਉਹ
ਵਾਸਤਾ ਪਾਇਆ, ਜਿਹੜੀ ਲਿਖਤ ਭੇਜੀ ਆ ਰਾਜਿਆਂ ਨੇ ਤੇ ਔਰੰਗਜ਼ੇਬ ਨੇ। ਮਹਾਰਾਜ ਕਹਿੰਦੇ ਕਾਗਦ ਹਮਕੋ ਦੀਜਸ ਹੋਏ। ਉਹ ਲਿਖਤ ਵਿੱਚ ਕੀ ਖਿਆਲ ਹੈ, ਕੀ ਵਿਊ ਹੈ, ਕੀ ਉਹਨਾਂ ਦੀ ਸੋਚ ਹੈ, ਕੁਦਰਤੀ ਹੈ ਨਾ ਜੀ। ਅੱਖਰਾਂ ਵਿੱਚ ਬੜੇ ਭੇਦ ਛੁਪੇ ਹੁੰਦੇ ਆ। ਤੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਵੀ ਪਹਾੜੀ ਰਾਜਿਆਂ ਦੀ ਤੇ ਔਰੰਗਜ਼ੇਬ ਦੀ ਜਿਹੜੀ ਲਿਖਤ ਤੁਸੀਂ ਲੈ ਕੇ ਆਏ ਹੋ, ਉਹ ਕਾਗਜ਼ ਸਾਨੂੰ ਦੇ ਦਿਓ। ਕਹਿਲੂਰੀ ਆਦਿਕ ਸਭ ਲਿਖਿਓ। ਕਹਿਲੂਰੀ ਆਦਿਕ ਰਾਜੇ ਜਿਹੜੇ ਸੀ ਸਾਰਿਆਂ ਨੇ ਲਿਖਿਆ ਸੀ, ਅਜਮੇਰ ਚੰਦ ਨੇ ਵੀ, ਬਾਕੀ ਵੀ ਸੀ ਜਿਹੜੇ, ਸਭ ਨੇ ਆਪਣੇ ਆਪਣੇ ਵੱਲੋਂ ਆਪਣੇ ਧਰਮ ਨੂੰ, ਆਪਣੇ ਇਸ਼ਟ ਨੂੰ, ਆਪਣੇ ਦੇਵ ਨੂੰ, ਦੇਵੀ ਦੇਵਤਿਆਂ ਨੂੰ ਜਾਮਨ ਬਣਾ ਕੇ ਬੜਾ ਕੁਝ ਲਿਖਿਆ ਹੋਇਆ ਸੀ। ਲਾਜ ਰੱਖ ਲਓ, ਪੱਤ ਰੱਖ ਲਓ। ਅਸਲ 'ਚ ਇਹ ਕਾਗਜ਼ ਜਿਹੜਾ ਸੀ ਇਹ ਰਾਜਿਆਂ ਤੇ ਔਰੰਗਜ਼ੇਬ ਦੀ ਬੇਵਸੀ ਦਾ ਵੀ ਇੱਕ ਸਰਟੀਫਿਕੇਟ ਸੀ, ਇੱਕ ਪ੍ਰਮਾਣ ਪੱਤਰ ਸੀ ਕਿ ਗੋਡੇ ਟੇਕ ਕੇ ਤਰਲਾ ਲੈ ਕੇ ਧਰਮ ਦਾ ਵਾਸਤਾ ਪਾ ਕੇ ਔਰੰਗਜ਼ੇਬ ਤੇ ਰਾਜਿਆਂ ਨੇ ਹਾਰ ਮੰਨ ਕੇ ਸਤਿਗੁਰੂ ਜੀ ਨੂੰ ਕਿਹਾ ਕਿ ਤੁਸੀਂ ਕਿਰਪਾ ਕਰਕੇ ਅਨੰਦਪੁਰ ਸਾਹਿਬ ਛੱਡ ਦਿਓ, ਅਸੀਂ ਬੇਵੱਸ ਹਾਂ, ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਇਹ ਵੀ ਲਿਖਿਆ ਔਰੰਗਜ਼ੇਬ ਨੇ। ਗੁਰੂ ਪਾਤਸ਼ਾਹ ਜੀ ਨੇ ਕਾਗਜ਼ ਲੈ ਲਿਆ, ਸਾਰੇ ਰਾਜਿਆਂ ਦੇ ਇਹਦੇ ਉੱਤੇ ਦਸਤਖਤ ਸਨ। ਸੋ ਕਾਗਜ਼ ਕਰ ਮਹਿਲਾ ਪਿਖਿਓ। ਉਹ ਹੱਥ ਵਿੱਚ ਲੈ ਕੇ ਕਾਗਜ਼ ਪਿਖਿਓ ਵੇਖਿਆ, ਮਹਾਰਾਜ ਨੇ ਵਾਚਿਆ ਕਾਗਜ਼। ਦੀਰਘ ਦ੍ਰਿਸ਼ਟੀ ਦੇ ਮਾਲਕ ਸਤਿਗੁਰੂ ਜੀ, ਵਿਵੇਕ ਦੇ ਸਾਗਰ ਸਤਿਗੁਰੂ ਜੀ, ਇੱਕ ਇੱਕ ਅੱਖਰ ਦੇ ਭੇਦ ਨੂੰ ਬੁੱਝਣ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਨੇ, ਅਛਲ ਅਛੇਦ ਸੱਚੇ ਸਤਿਗੁਰੂ ਜੀ ਨੇ ਇਹ ਪਰਵਾਨਿਆਂ ਦੇ, ਇਹ ਲਿਖਤਾਂ ਦੇ ਇੱਕ ਇੱਕ ਅੱਖਰ ਨੂੰ ਵਾਚਿਆ। ਪੁਨ ਅਵਰੰਗ ਕੋ ਲਿਖਿਓ ਮੰਗਾਇਓ। ਕਿਆ ਔਰੰਗਜ਼ੇਬ ਦਾ ਲਿਖਿਆ ਹੋਇਆ ਵੀ ਦਿਓ, ਪਹਾੜੀ ਰਾਜਿਆਂ ਦਾ ਵੀ ਲਿਖਿਆ ਵੇਖਿਆ। ਤੇ ਜਿਹੜੀ ਲਿਖਤ ਔਰੰਗਜ਼ੇਬ ਨੇ ਭੇਜੀ ਸੀ ਉਹ ਵੀ ਸਤਿਗੁਰੂ ਜੀ ਨੇ ਮੰਗਵਾਈ। ਲਿਓ ਸੰਭਾਰ ਜੇਬ ਮਹਿ ਪਾਇਓ। ਇਹ ਵੀ ਸਤਿਗੁਰੂ ਜੀ ਨੇ ਰੱਖ ਲਈ। ਇਹ ਬੜੇ ਜ਼ਰੂਰੀ ਦਸਤਾਵੇਜ਼ ਸਨ, ਸੱਚੇ ਪਾਤਸ਼ਾਹ ਜੀ ਨੇ ਸੰਭਾਲ ਕੇ ਆਪਣੇ ਕੋਲ ਨਿੱਜੀ ਤੌਰ ਤੇ ਆਪਣੇ ਕੋਲ ਸਤਿਗੁਰੂ ਜੀ ਨੇ ਰੱਖ ਲਏ। ਸਭ ਕੋ ਕਹਿਓ ਤਿਆਰ ਹੋਏ ਜਾਵੋ। ਹੁਣ ਦੋਨੋਂ ਹੀ ਚੀਜ਼ਾਂ ਸੀ। ਫਿਰ ਮੈਂ ਅਰਜ਼ ਕਰ ਰਿਹਾ, ਜਾਂ ਤੇ ਅੱਜ ਇਹਨਾਂ ਨੂੰ ਜਵਾਬ ਦੇ ਕੇ ਤੇ ਕੁਰਾਨ ਮਜੀਦ ਤੇ ਜਿਹੜੇ ਇਸ ਹਿੰਦੂ ਧਰਮ ਦੇ ਚਿੰਨ੍ਹ ਸੀ ਉਹ ਵਾਪਸ ਭੇਜ ਦਿੰਦੇ, ਪਰ ਮਹਾਰਾਜ ਨੇ ਵਾਪਸ ਨਹੀਂ ਮੋੜੇ, ਠੁਕਰਾਏ ਨਹੀਂ ਸਾਧ ਸੰਗਤ। ਪੱਤਰਕਾਵਾਂ ਲੈ ਲਈਆਂ ਤੇ ਸਿੰਘਾਂ ਨੂੰ ਕਿਹਾ ਵੀ ਤਿਆਰੀ ਕਰੋ ਜੀ, ਸ਼੍ਰੀ ਅਨੰਦਪੁਰ ਸਾਹਿਬ ਛੱਡਣ ਦੀ ਤਿਆਰੀ ਕਰੋ। ਔਰ ਬੜਾ ਗੱਲ ਨੂੰ ਕਲੀਅਰ ਸਮਝ ਲੈਣਾ ਕਿ ਨਾ ਕਿਸੇ ਮਜਬੂਰੀ ਵਿੱਚ ਤੇ ਨਾ ਛਾਲ 'ਚ ਮਹਾਰਾਜ। ਇਹ ਗੱਲ ਬਹੁਤ ਜ਼ਰੂਰੀ ਹੈ ਕਿ ਸਿੱਖਾਂ ਦੀ ਵੀ ਸਮਝ 'ਚ ਆਏ ਤੇ ਅਸੀਂ ਲੁਕਾਈ ਨੂੰ ਵੀ ਦੱਸ ਸਕੀਏ। ਨਾ ਸਤਿਗੁਰੂ ਜੀ ਸ਼੍ਰੀ ਅਨੰਦਪੁਰ ਸਾਹਿਬ ਕਿਸੇ ਭੁੱਖ ਦੁੱਖ ਦੀ ਮਜਬੂਰੀ 'ਚ, ਲਾਚਾਰੀ 'ਚ ਛੱਡ ਰਹੇ ਨੇ, ਤੇ ਨਾ ਹੀ ਸਤਿਗੁਰੂ ਜੀ ਨੂੰ ਕੋਈ ਛਾਲ ਧੋਖਾ, ਕੋਈ ਗੱਲਾਂ ਦੇ ਵਲ ਫਰੇਬ ਵਿੱਚ ਆ ਕੇ ਛੱਡ ਰਹੇ ਨੇ। ਮਹਾਰਾਜ ਨੂੰ ਸਾਰਾ ਕੁਝ ਪਤਾ ਹੈ ਕਿ ਨੀਅਤ ਕੀ ਹੈ ਤੇ ਕੱਲ੍ਹ ਨੂੰ ਕੀ ਹੋਣਾ ਹੈ, ਤੇ ਇਹ ਵੀ ਸਮਰੱਥ ਹੈ ਕਿ ਲੱਖਾਂ ਦੇ ਦਲ ਦਾ ਮੁਕਾਬਲਾ ਵੀ ਕਰਨ ਦੀ ਸ਼ਕਤੀ ਰੱਖਦੇ ਆ। ਇਹ ਦੋਨੋਂ ਗੱਲਾਂ ਸਨ ਸਾਧ ਸੰਗਤ। ਜ਼ੋਰ ਇਸ ਲਈ ਦੇਣਾ ਪੈ ਰਿਹਾ ਵੀ ਅਸੀਂ ਸੁਣਾਉਣ ਵਾਲਿਆਂ ਨੇ ਜਾਂ ਲਿਖਣ ਵਾਲਿਆਂ ਨੇ ਇਸ ਪਹਿਲੂ ਨੂੰ ਨਹੀਂ ਵਿਚਾਰਿਆ, ਨਹੀਂ ਵਾਚਿਆ। ਔਰ 100% ਮੈਂ ਘੱਟੋ ਘੱਟ ਕਿਸੇ ਦੀ ਲਿਖਤ ਦੇ ਵਿੱਚ ਇੱਦਾਂ ਦੀ ਇੱਥੇ ਜਾ ਕੇ ਸੋਚਦਿਆਂ ਨਹੀਂ ਵੇਖਿਆ। ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਸਭ ਤੋਂ ਵੱਖਰਾ ਸੋਚ ਰਿਹਾ, ਇਹ ਤੁਹਾਡੇ ਸਾਹਮਣੇ ਆ ਸਾਰਾ ਸੱਚ। ਸਾਧ ਸੰਗਤ, ਨਿਰਣਾ ਤੁਸੀਂ ਕਰੋ। ਨਾ ਗੁਰੂ ਪਾਤਸ਼ਾਹ ਜੀ ਨੂੰ ਕੋਈ ਧੋਖਾ ਦੇ ਸਕਦਾ, ਛਲ ਸਕਦਾ, ਨਾ ਗੁਰੂ ਸਾਹਿਬ ਜੀ ਮਜਬੂਰ ਸਨ ਇਹ ਫੈਸਲਾ ਲੈਣ ਲਈ। ਧਰਮ ਚਿੰਨ੍ਹਾਂ ਦਾ ਸਨਮਾਨ ਕੀਤਾ ਤੇ ਸਿੰਘਾਂ ਨੂੰ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਛੱਡਣ ਦੀ ਤਿਆਰੀ ਕੀਤੀ ਜਾਵੇ। ਨਿਕ ਸਹੁ ਵਹਿਰ ਭਲੇ ਮਗ ਪਾਵਹੁ। ਯੋਗ ਰਸਤਾ ਵੇਖ ਕੇ ਭਲੇ ਮਗ ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਕੂਚ ਕੀਤਾ ਜਾਵੇ। ਤੰਬੂ ਦੀਰਘ ਅਲਪ ਬਨਾਤੀ। ਤੰਬੂ ਕਨਾਤਾਂ ਆਦਿਕ ਸਨ, ਜੋ ਸ਼ਾਮਿਆਨੇ, ਜੋ ਵੀ ਜ਼ਰੂਰੀ ਸਾਜੋ ਸਮਾਨ ਸੀ। ਨਾਨਾ ਚਿਤਰਤ ਬਣੀ ਕਨਾਤੀ। ਅਤੇ ਹੋਰ ਬਹੁਤ ਸਾਰੇ ਸੁੰਦਰ ਕੀਮਤੀ ਆਲੀਸ਼ਾਨ ਵਸਤੂਆਂ ਸਨ। ਇੱਕ ਥਲ ਕਰਕੇ ਆਗ ਲਗਾਈ। ਗੁਰੂ ਸਾਹਿਬ ਜੀ ਫਿਰ ਇੱਕ
ਦੂਰਅੰਦੇਸ਼ੀ ਦਾ ਜੰਗੀ ਨੁਕਤਾ ਨਿਗਾਹ ਦੀ ਅਹਿਮ ਫੈਸਲਾ ਸੀ ਕਿ ਕੋਈ ਸੰਪਤੀ ਹੋਵੇ, ਹਥਿਆਰ ਹੋਵੇ, ਉਹ ਦੁਸ਼ਮਣ ਦੇ ਹੱਥ ਨਹੀਂ ਲੱਗਣਾ ਚਾਹੀਦਾ। ਉਹਦੀ ਤਾਕਤ ਨੂੰ ਵਧਾਉਂਦਾ। ਜੇ ਧਨ ਜਾਂ ਕੋਈ ਵੀ ਵਸਤੂ ਜਿਹੜੀ ਕੰਮ ਦੀ ਹੈ ਦੁਸ਼ਮਣ ਨੂੰ ਮਿਲਦੀ ਹੈ ਤੇ ਉਹਦੀ ਤਾਕਤ ਵਿੱਚ ਵਾਧਾ ਹੁੰਦਾ ਹੈ। ਤੋ ਸਤਿਗੁਰੂ ਜੀ ਨੇ ਕਿਹਾ ਵੀ ਇਹ ਜਿਹੜੀਆਂ ਕੀਮਤੀ ਚੀਜ਼ਾਂ ਨੇ ਸਾਰਾ ਕੁਝ ਇੱਕ ਜਗ੍ਹਾ ਇਕੱਠਾ ਕਰਕੇ, ਔਰ ਦੂਸਰੀ ਗੱਲ ਵੀ ਲੋਭ ਨਹੀਂ ਵੀ ਚੁੱਕ ਕੇ ਲੈ ਜਾਈਏ, ਹਾਏ ਇਹਨੂੰ ਕਿਵੇਂ ਛੱਡਾਂਗੇ, ਹਾਏ ਇਹਨੂੰ ਕਿਵੇਂ ਤਿਆਗਾਂਗੇ। ਇਹ ਕੋਈ ਲੋਭ ਨਹੀਂ ਹੈ, ਕੋਈ ਤਮਾ ਨਹੀਂ ਹੈ। ਨਾ ਸਤਿਗੁਰੂ ਜੀ ਨੂੰ ਸ਼੍ਰੀ ਪਟਨਾ ਸਾਹਿਬ ਛੱਡਦਿਆਂ ਕੋਈ ਤਮਾ ਸੀ ਅੰਦਰ, ਨਾ ਸ਼੍ਰੀ ਪੌਂਟਾ ਸਾਹਿਬ ਤੋਂ ਤੁਰਦਿਆਂ, ਨਾ ਸ਼੍ਰੀ ਅਨੰਦਪੁਰ ਸਾਹਿਬ ਤੋਂ, ਨਾ ਸ਼੍ਰੀ ਚਮਕੌਰ ਸਾਹਿਬ ਤੋਂ, ਨਾ ਸ਼੍ਰੀ ਦਮਦਮਾ ਸਾਹਿਬ ਤੋਂ, ਜਿਹੜੇ ਗੋਦਾਵਰੀ ਦੇ ਕਿਨਾਰੇ ਬੈਠ ਕੇ ਦੁਨੀਆ ਦੇ ਸਭ ਤੋਂ ਕੀਮਤੀ ਨਗੀਨੇ ਚੁੱਕ ਕੇ ਗੋਦਾਵਰੀ ਨਦੀ 'ਚ ਸੁੱਟ ਦਿੰਦੇ ਆ। ਉਹਨਾਂ ਨੂੰ ਵਸਤੂਆਂ ਦਾ ਮੋਹ ਕੀ ਹੋ ਸਕਦਾ, ਜਿਨ੍ਹਾਂ ਦਾ ਸਫ਼ਰ ਕੰਗਣ ਨਦੀ 'ਚ ਸੁੱਟਣ ਤੋਂ, ਗੰਗਾ 'ਚ ਸੁੱਟਣ ਤੋਂ ਸ਼ੁਰੂ ਹੁੰਦਾ। ਜਿਹੜੇ ਯਾਤਰਾ ਨੂੰ ਸਫਲ ਕਰਦੇ ਆ ਨਗੀਨੇ ਨਦੀਆਂ 'ਚ ਸੁੱਟ ਕੇ, ਉਹਨਾਂ ਦੀ ਜ਼ਿੰਦਗੀ ਤਿਆਗ ਦਾ ਮੁਜੱਸਮਾ ਹੈ। ਕਿਸ ਚੀਜ਼ ਦਾ ਲੋਭ ਸਤਾ ਸਕਦਾ ਉਹਨਾਂ ਨੂੰ, ਕਿਸ ਚੀਜ਼ ਦਾ ਮੋਹ ਸਤਾ ਸਕਦਾ ਜੀ। ਤੋ ਦਿਆਲੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੰਘਾਂ ਨੂੰ ਕਿਹਾ ਵੀ ਜਿਹੜੀਆਂ ਕੀਮਤੀ ਆਲੀਸ਼ਾਨ ਵਸਤੂਆਂ ਨੇ ਇੱਕ ਥਲ ਕਰਕੇ ਆਗ ਲਗਾਈ। ਦੇਖੋ ਗੁਰਮੁਖੋ, ਇਸ ਤਿਆਗ ਵਾਸਤੇ ਬਹੁਤ ਵੱਡੀ ਹਿੰਮਤ ਚਾਹੀਦੀ ਹੈ। ਗੁਰਦੇਵ ਪਾਤਸ਼ਾਹ ਹਜ਼ੂਰ ਨੇ ਸਾਰਾ ਕੁਝ ਅੱਗ ਦੇ ਸਪੁਰਦ ਕਰ ਦਿੱਤਾ। ਵਸਤਰਾਦਿਕ ਸਭ ਦੀਏ ਜਲਾਈ। ਵਸਤਰਾਦਿਕ ਬਹੁਤ ਕੀਮਤੀ ਰੇਸ਼ਮ ਪਸ਼ਮੀਨੇ ਦੇ ਕੱਪੜੇ ਆਦਿਕ, ਧਨ ਸੰਪਤੀ ਆਦਿਕ, ਹੋਰ ਵਸਤੂਆਂ ਬਹੁਤ ਜਿਹੜੀਆਂ ਜ਼ਰੂਰੀ। ਇੱਥੋਂ ਤੱਕ 5 ਤੋਪਾਂ ਦਾ ਜ਼ਿਕਰ ਆਉਂਦਾ ਜਿਹੜੀਆਂ ਵੱਡੀਆਂ ਸਨ, ਲੈ ਕੇ ਨਹੀਂ ਸੀ ਤੁਰ ਸਕਦੇ, ਧਰਤੀ 'ਚ ਦਬਾਈਆਂ ਹੋਵੇ। ਫਿਰ ਵਸਤਰ ਆਦਿਕ ਜਿਹੜੇ ਸੀ ਸਭ ਕੁਝ ਜਲਾ ਦਿੱਤਾ। ਬਚਿਓ ਖਜ਼ਾਨਾ ਜੇਤਕ ਸ਼ੇਖ। ਜਿਹੜਾ ਕੁਝ ਪੈਸੇ ਬਚੇ ਹੋਏ ਸਨ ਪਹਿਲਾਂ ਹੀ ਬਹੁਤ ਸਾਰੇ ਸਤਲੁਜ ਦੇ ਸਪੁਰਦ ਕਰ ਦਿੱਤੇ ਸੀ, ਅੱਗ ਦੇ ਸਪੁਰਦ ਕਰ ਦਿੱਤੇ ਸੀ। ਜੇ ਕੁਝ ਬਚਿਆ ਹੋਇਆ ਖਜ਼ਾਨਾ ਸੀ, ਪਾਇਓ ਸਦਰਵ ਵਿਖੇ ਅਸ਼ੇਖ। ਉਹ ਵੀ ਮਹਾਰਾਜ ਨੇ ਸਿੰਘਾਂ ਨੂੰ ਕਿਹਾ ਵੀ ਇਕੱਠਾ ਕਰਕੇ, ਲਾਲਚ ਨਹੀਂ ਕਰਨਾ, ਚੁੱਕਣਾ ਨਹੀਂ, ਨਦੀ ਦੇ ਵਿੱਚ ਸੁੱਟ ਦਿੱਤਾ ਜਾਵੇ। ਇਹ ਸਿਖਾਇਆ ਮਹਾਰਾਜ ਨੇ। ਤਿਆਗ, ਵਸਤੂਆਂ ਦਾ ਲੋਭ ਕਰਕੇ ਨਾ ਹੀ ਸਿੰਘਾਂ ਨੇ ਚੁੱਕਿਆ, ਤੇ ਜਿਹੜਾ ਬਚੇ ਖੁਚਿਆ ਧਨ ਸੀ, ਜਿੰਨਾ ਜੋ ਵੀ ਸੀ, ਉਹ ਨਦੀ ਦੇ ਵਿੱਚ, ਸਤਲੁਜ ਦੇ ਵਿੱਚ ਪਵਾ ਦਿੱਤਾ। ਵਾਸਨ ਕੰਚਨ ਰਜਤ ਪੀਤਰ। ਬੜੇ ਪਿਆਰੇ ਪਿਆਰੀਆਂ ਚੀਜ਼ਾਂ ਸੀ ਦੁਨੀਆ ਦੀਆਂ, ਅਲੌਕਿਕ ਚੀਜ਼ਾਂ ਸਿੱਖ ਅਰਪਣ ਕਰਦੇ ਸੀ ਨਾ ਜੀ। ਬਹੁਤ ਸਾਰੇ ਸੋਨੇ ਦੇ ਬਰਤਨ ਸਨ, ਚਾਂਦੀ ਦੇ ਬਰਤਨ ਸਨ, ਪਿੱਤਲ ਦੇ ਬਰਤਨ ਸਨ, ਕੀਮਤੀ ਚੀਜ਼ਾਂ ਸੀ ਬਹੁਤ ਸਾਰੀਆਂ, ਜਿਹੜੀਆਂ ਦੁਨੀਆ ਵਿੱਚ ਕਿਤੋਂ ਨਹੀਂ ਸੀ ਲੱਭਣ ਵਾਲੀਆਂ ਚੀਜ਼ਾਂ, ਉਹ ਸਤਿਗੁਰਾਂ ਦੇ ਦਰ ਤੋਂ ਮਿਲਦੀਆਂ ਸੀ। ਤੋ ਇਹ ਜਿਹੜੀਆਂ ਬੇਸ਼ਕੀਮਤੀ ਵਸਤੂਆਂ ਸਨ, ਦਾਰ ਦੀਏ ਸਭ ਜਲ ਕੇ ਭੀਤਰ। ਸਭ ਕੁਝ ਮਹਾਰਾਜ ਕਹਿੰਦੇ ਪਾਣੀ 'ਚ ਸੁੱਟ ਦਿਓ ਜੀ। ਡੁੱਬ ਗਈਆਂ, ਪਾਣੀ ਦੀ ਸਤ੍ਹਾ 'ਚ ਬੈਠ ਗਈਆਂ, ਅਲੁਪਤ ਹੋ ਗਈਆਂ, ਰੇਤੇ ਵਿੱਚ ਦਫਨ ਹੋ ਗਈਆਂ। ਸੋ ਸਾਰਾ ਸਾਜੋ ਸਮਾਨ ਟਿਕਾਣੇ ਲਾ ਦਿੱਤਾ। ਕਿਤਕ ਵਸਤ ਗਾਡੀ ਵਿੱਚ ਧਰਨੀ। ਕੁਝ ਜਿਹੜੀਆਂ ਚੀਜ਼ਾਂ, ਹਾਂ ਜੇ ਸਾਂਭਿਆ ਤੇ ਕੀ ਸਾਂਭਿਆ, ਖੱਚਰਾਂ ਲੱਦ ਲਈਆਂ ਤੀਰਾਂ ਦੀਆਂ ਤੇ ਗੋਲੀ ਸਿੱਕੇ ਬਰੂਦ ਦੀਆਂ, ਜਿਹਦੇ ਨਾਲ ਧਰਮ ਯੁੱਧ ਲੜਨਾ ਸੀ, ਜਿਹੜਾ ਸਤਿਗੁਰੂ ਜੀ ਨੂੰ ਪਤਾ ਸੀ ਕਿ ਮੁੱਕਿਆ ਨਹੀਂ ਹੈ, ਇਹ ਧਰਮ ਯੁੱਧ ਚੱਲ ਰਿਹਾ ਹੈ ਜੇ। ਅਨੰਦਪੁਰ ਸਾਹਿਬ ਛੱਡਣ ਦਾ ਮਤਲਬ ਇਹ ਨਹੀਂ ਸੀ ਕਿ ਗੁਰੂ ਸਾਹਿਬ ਨੇ ਸੋਚ ਲਿਆ ਵੀ ਹੁਣ ਯੁੱਧ ਮੁੱਕ ਗਿਆ ਤੇ ਕਸਮਾਂ ਸੱਚੀਆਂ ਨੇ, ਵਾਰ ਨਹੀਂ ਕਰਨਗੇ। ਨਹੀਂ ਗੁਰਮੁਖੋ, ਮਹਾਰਾਜ ਨੇ ਸਾਰਾ ਕੁਝ ਲੇਖੇ ਲਾ ਦਿੱਤਾ, ਪਰ ਜਿੰਨਾ ਸ਼ਸਤਰ ਸੀ, ਗੋਲੀ ਸਿੱਕਾ ਬਰੂਦ ਸੀ, ਕਈ ਖੱਚਰਾਂ ਤੀਰਾਂ ਦੀਆਂ ਲੱਦ ਕੇ ਨਾਲ ਤੋਰੀਆਂ। ਇਹ ਸੀ ਸਤਿਗੁਰੂ ਜੀ ਦੀ ਦਿਵ ਦ੍ਰਿਸ਼ਟੀ, ਜਿਹਦੇ ਨਾਲ ਇਹ ਸਮਝ ਆ ਕਿ ਅਜੇ ਜੰਗ ਚੱਲ ਰਹੀ ਹੈ। ਤੇ ਚੱਲਦੀ ਜੰਗ 'ਚ, ਸੰਘਰਸ਼ ਦੇ ਵਿੱਚ ਕਦੀ ਵੀ ਇਹ ਕਮਜ਼ੋਰੀ ਨਹੀਂ ਆਉਣੀ ਚਾਹੀਦੀ ਕਿ ਸਾਨੂੰ ਭਰਮ ਪੈਦਾ ਹੋ ਜਾਏ ਕਿ ਹੁਣ ਗੱਲ ਮੁੱਕ ਗਈ ਹੈ ਤੇ ਅਸੀਂ ਸੁੱਖ ਦੀ ਨੀਂਦੇ ਸੌਂ ਜਾਈਏ। ਇਹਨੂੰ ਕਹਿੰਦੇ ਆ ਅਵੇਸਲੇ ਨਹੀਂ ਹੋਣਾ, ਸਿਖਾਇਆ ਸਾਨੂੰ। ਇਹ ਸਾਰਾ ਕੁਝ ਸੱਚੇ ਪਾਤਸ਼ਾਹ ਜੀ ਨੇ ਸੰਭਾਲਿਆ ਹੋਇਆ ਸੀ। ਤੇ ਕੁਝ ਜਿਹੜੀਆਂ ਚੀਜ਼ਾਂ ਸਨ ਉਹ ਮਹਾਰਾਜ ਨੇ ਨਾਲ ਗੱਡੀ ਆਦਿਕ ਜੋ ਵੀ ਸਾਧਨ ਸੀ ਉਹਦੇ ਤੇ ਰਖਵਾ ਲਈਆਂ। ਵਹਿਰ ਨ ਰਾਖੀ ਕਸ਼ ਅਰ ਹਰਨੀ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਇਸ ਤਰ੍ਹਾਂ ਇਹ ਸਾਰਾ ਕੁਝ ਕੀਤਾ ਕਿ ਵੈਰੀ ਜਿਹੜਾ ਹੈ ਇਹ ਸਭ ਕੁਝ ਲੁੱਟ ਨਾ ਸਕੇ, ਉਹਦੇ ਹੱਥੇ ਕੀਮਤੀ ਚੀਜ਼ਾਂ ਨਾ ਆਉਣ। ਅਗਨਿਕ ਜਲ ਕੈ ਧਰਨ ਗਡਾਈ। ਜਾਂ ਧਰਤੀ 'ਚ ਦਬਾ ਦਿੱਤੀਆਂ,
ਜਾਂ ਅੱਗ ਵਿੱਚ ਸਾੜ ਦਿੱਤੀਆਂ ਜਿਹੜੀਆਂ ਸੜਨ ਵਾਲੀਆਂ ਸੀ, ਤੇ ਜਿਹੜੀਆਂ ਨਹੀਂ ਸੀ ਸੜਨ ਵਾਲੀਆਂ ਉਹ ਪਾਣੀ ਦੇ ਵਿੱਚ ਸੁੱਟ ਦਿੱਤੀਆਂ। ਅਗਨ ਕੇ ਜਲ ਕੈ ਧਰਨ ਗਡਾਈ, ਧਰਨ ਮਤਲਬ ਧਰਤੀ 'ਚ ਦੱਬ ਦਿੱਤੀਆਂ, ਜਾਂ ਜਲ 'ਚ ਤੇ ਜਾਂ ਅੱਗ ਦੇ ਸਪੁਰਦ ਕਰ ਦਿੱਤੀਆਂ। ਸੋ ਸਭ ਦਫ਼ਤਰ ਪਰ ਲਿਖਵਾਈ। ਤੋ ਸਾਧ ਸੰਗਤ ਸਾਰਾ ਕੁਝ ਜਿਹੜਾ ਸੀ ਨਾ ਉਹਦੀ ਲਿਸਟ ਬਣਾ ਲਈ, ਉਹ ਸਾਰਾ ਕੁਝ ਨੋਟ ਕੀਤਾ ਗਿਆ। ਤਿਨ ਕੇ ਨਾਮ ਲਿਖੀ ਸਭ ਉਹ ਵਸਤੂ। ਸਾਰੀਆਂ ਵਸਤੂਆਂ ਜਿਹੜੀਆਂ ਸੀ ਉਹਨਾਂ ਦੇ ਨਾਮ ਲਿਖ ਕੇ ਕੋਲ ਰੱਖੇ। ਥਾਨ ਥਾਨ ਪ੍ਰਤ ਸੌਂਪ ਸਮਸਤੂ। ਸੋ ਸਭ ਥਾਂ ਪਰ ਥਾਂ ਜਿਹੜੀਆਂ ਸੀ ਇਦਾਂ ਟਿਕਾਣੇ ਲਾਇਆ। ਬਹੁਤ ਕੁਝ ਸਾਡਾ ਜਿਹੜਾ ਸੀ ਨਾ ਉਹ ਇਹ ਜਿਹੜਾ ਕਾਗਜ਼ਾਂ ਦੇ ਰੂਪ ਵਿੱਚ ਸਾਡੇ ਕੋਲੋਂ ਖੁੱਸਿਆ ਉਹ ਬਹੁਤ ਅਨਮੋਲ ਸੀ। ਧਨ ਦੇ ਰੂਪ 'ਚ ਖੁੱਸਿਆ, ਖਜ਼ਾਨੇ ਦੇ ਰੂਪ 'ਚ ਖੁੱਸਿਆ, ਉਹ ਵਾਪਸ ਮਿਲ ਜਾਣਾ। ਜਿਹੜਾ ਲਿਖਤਾਂ ਦੇ ਰੂਪ ਵਿੱਚ ਗਿਆ ਨਾ ਉਹ ਵਾਪਸ ਨਹੀਂ ਮਿਲਦਾ। ਉਹ ਬਹੁਤ ਅਨਮੋਲ ਸੀ ਜੀ। ਬਹੁਤ ਸਾਰਾ ਸਾਹਿਤ ਸੀ, ਬਹੁਤ ਸਾਰੇ ਗੁਰੂ ਸਾਹਿਬ ਜੀ ਦੇ ਆਪਣੇ ਹੱਥਾਂ ਦੇ ਨਾਲ ਤਿਆਰ ਕੀਤੀਆਂ ਹੋਈਆਂ ਲਿਖਤਾਂ ਸਨ। ਉਹ ਬਹੁਤ ਵੱਡਾ ਨੁਕਸਾਨ ਹੋਇਆ। ਤੋ ਇੱਦਾਂ ਸਭ ਕੁਝ ਥਾਂ ਪਰ ਥਾਂ ਜਿੱਥੇ ਜਿੱਥੇ ਜੋ ਸੰਭਾਲਣ ਵਾਲਾ ਸੀ ਉਹ ਮਹਾਰਾਜ ਨੇ ਸਭ ਲੇਖੇ ਲਾਇਆ। ਤੀਸ਼ਨ ਸ਼ਸਤਰ ਸਕਲ ਕਢਵਾਏ। ਜੇ ਸਾਂਭਿਆ ਤੇ ਕੀ ਸਾਂਭਿਆ? ਤੀਸ਼ਨ ਸ਼ਸਤਰ ਸਕਲ ਕਢਵਾਏ। ਮਹਾਰਾਜ ਕਹਿੰਦੇ ਸ਼ਸਤਰ ਨਹੀਂ ਰਹਿਣਾ ਚਾਹੀਦਾ। ਤੇਗਾਂ, ਨੇਜੇ, ਭਾਲੇ, ਤੀਰ ਉਹ ਸਾਰੇ ਇਕੱਠੇ ਕੀਤੇ, ਕਿਉਂਕਿ ਜੰਗ ਜਾਰੀ ਹੈ, ਜੰਗ ਚੱਲ ਰਹੀ ਹੈ। ਨਾ ਆਨੰਦਪੁਰ ਸਾਹਿਬ ਛੱਡਿਆਂ ਜੰਗ ਖਤਮ ਹੋਈ ਹੈ, ਨਾ ਚਮਕੌਰ ਸਾਹਿਬ ਛੱਡਿਆਂ ਜੰਗ ਖਤਮ ਹੋਈ ਹੈ, ਨਾ ਮਾਛੀਵਾੜਾ ਛੱਡਿਆਂ ਜੰਗ ਖਤਮ ਹੋਈ ਹੈ, ਨਾ ਮੁਕਤਸਰ ਸਾਹਿਬ ਛੱਡਿਆਂ ਜੰਗ ਖਤਮ ਹੋਈ ਹੈ। ਜੰਗ ਚੱਲ ਰਹੀ ਹੈ। ਸਾਧ ਸੰਗਤ ਟਿਕਾਣੇ ਬਦਲੇ ਜਾ ਸਕਦੇ ਆ, ਮੁਕਾਮ ਬਦਲੇ ਜਾ ਸਕਦੇ ਆ। ਇੱਕ ਗੱਲ ਚੇਤੇ 'ਚ ਰੱਖਣਾ ਸਾਧ ਸੰਗਤ ਜੀ, ਜਿਹੜੇ ਲੋਕ ਟਿਕਾਣਾ ਬਦਲ ਕੇ ਹਥਿਆਰ ਸੁੱਟ ਕੇ ਚਲੇ ਜਾਂਦੇ ਹੁੰਦੇ ਆ, ਇਹਦਾ ਮਤਲਬ ਹੁੰਦਾ ਉਹ ਜੰਗ ਤੋਂ ਉਪਰਾਮ ਹੋ ਗਏ ਆ ਤੇ ਜੰਗ ਦੇ ਵਿੱਚੋਂ ਭੱਜ ਗਏ ਨੇ। ਟਿਕਾਣੇ ਬਦਲੇ ਨੇ, ਮੁਕਾਮ ਬਦਲੇ ਨੇ, ਨਾ ਹਥਿਆਰ ਸੁੱਟੇ ਨੇ। ਖਜ਼ਾਨਾ ਸੁੱਟ ਦਿੱਤਾ, ਨਦੀ 'ਚ ਸੁੱਟ ਦਿੱਤਾ ਜਾਂ ਅੱਗ 'ਚ ਸੁੱਟ ਦਿੱਤਾ, ਵਸਤੂਆਂ ਸੁੱਟ ਦਿੱਤੀਆਂ ਨੇ, ਪਰ ਹਥਿਆਰ ਨਹੀਂ ਸੁੱਟੇ। ਸਾਹ ਗੱਲ ਨੋਟ ਕਰਨੀ ਜੀ ਚੰਗੀ ਤਰ੍ਹਾਂ। ਸੋ ਤੀਖਣ ਸ਼ਸਤਰ ਸਕਲ ਕਢਵਾਏ। ਛੋਟੇ ਛੋਟੇ ਪੁਆਇੰਟ ਨੇ ਜਿਹੜੇ ਸਾਨੂੰ ਸਾਡੀ ਵਿਰਾਸਤ ਨਾਲ ਤੇ ਉਹ ਜਿਹੜੀ ਮਰਦ ਗੰਬੜੇ ਦੀ ਇੱਕ ਅਨੁੱਠੀ ਵਾਰਤਾ ਹੈ ਉਹਦੇ ਤੋਂ ਜਾਣੂ ਕਰਵਾਉਂਦੇ ਆ, ਸੁਭਾਅ ਤੋਂ ਜਾਣੂ ਕਰਾਉਂਦੇ ਆ। ਵਰਿਆਮ ਅਕੇਲਾ ਮਰਦਾ ਗੰਬੜਾ ਉਹ ਕਿਸ ਤਰ੍ਹਾਂ ਦੀ ਇਬਾਰਤ ਲਿਖ ਰਿਹਾ ਜੀ ਇਤਿਹਾਸ ਦੀ ਹਿੱਕ ਦੇ ਉੱਤੇ। ਖਜ਼ਾਨਾ ਜੇ ਸੁੱਟਿਆ ਤੇ ਸ਼ਸਤਰ ਵੀ ਸੁੱਟ ਕੇ ਜਾਇਆ ਜਾ ਸਕਦਾ ਸੀ। ਮਹਾਰਾਜ ਸੱਚੇ ਪਾਤਸ਼ਾਹ, ਫਿਰ ਤੁਸੀਂ ਮੈਂ ਬੇਨਤੀ ਕਰਦਾ, ਚਮਕੌਰ ਦੇ ਵਿੱਚੋਂ ਵੀ ਨਿਕਲਦੇ ਆ, ਮਾਛੀਵਾੜੇ 'ਚੋਂ ਵੀ ਨਿਕਲਦੇ ਆ, ਅਨੰਦਪੁਰ ਸਾਹਿਬ ਵਿੱਚੋਂ ਵੀ ਨਿਕਲਦੇ ਆ, ਸ਼ਸਤਰ ਨਹੀਂ ਸੁੱਟੇ। ਚਮਕੌਰ ਸਾਹਿਬ 'ਚੋਂ ਨਿਕਲਦੇ ਆ ਤੇ ਮਾਛੀਵਾੜੇ ਦਰਸ਼ਨ ਕੀ ਹੁੰਦੇ ਆ? ਤੇਗ ਦੇ ਮੁੱਠੇ ਦੇ ਉੱਤੇ ਹੱਥ ਜੰਮੇ ਹੋਏ ਆ, ਭਾਵੇਂ ਵਿਸ਼ਰਾਮ ਕਰਨ ਵਾਸਤੇ ਧਰਤੀ 'ਤੇ ਲੇਟੇ ਆ। ਚਰਨਾਂ ਵਿੱਚ ਭਾਵੇਂ ਜੋੜਾ ਨਹੀਂ ਹੈ, ਉਹਦੀ ਚਿੰਤਾ ਨਹੀਂ। ਵਸਤਰ ਭਾਵੇਂ ਫਟੇ ਹੋਏ ਆ, ਉਹਦੀ ਚਿੰਤਾ ਨਹੀਂ। ਪਰ ਜਿਹੜਾ ਸ਼ਮਸ਼ੀਰੇ ਦਸਤ ਹੈ ਨਾ ਉਹ ਜ਼ਰੂਰ ਕੋਲ ਹੋਣਾ ਚਾਹੀਦਾ ਸੀ। ਇਸ ਵਾਸਤੇ ਜੋੜੇ ਛੱਡੇ ਜਾ ਸਕਦੇ ਆ, ਘੋੜੇ ਛੱਡੇ ਜਾ ਸਕਦੇ ਆ, ਖਜ਼ਾਨਾ ਛੱਡਿਆ ਜਾ ਸਕਦਾ ਹੈ। ਮੈਦਾਨੇ ਜੰਗ ਦਾ ਸੂਰਮਾ ਸ਼ਸਤਰ ਨਹੀਂ ਛੱਡਦਾ ਸਾਸ। ਇਹ ਸੀ ਸਤਿਗੁਰੂ ਜੀ ਦਾ ਸੁਨੇਹਾ। ਮਹਾਰਾਜ ਸੱਚੇ ਪਾਤਸ਼ਾਹ ਨੇ ਤੀਸ਼ਨ ਸ਼ਸਤਰ ਸਕਲ ਕਢਵਾਏ। ਆਖਿਆ ਸਿੰਘੋ ਸ਼ਸਤਰ ਨਹੀਂ ਰਹਿਣਾ ਚਾਹੀਦਾ, ਕੋਈ ਵੀ ਸ਼ਸਤਰ ਨਾਲ ਲੈ ਕੇ ਤੁਰਨਾ। ਤਿੱਖੇ ਤੇਜ਼ ਤਰਾਰ ਸ਼ਸਤਰ ਸਾਰੇ ਜਿੱਥੇ ਜਿੱਥੇ ਵੀ ਸਨ, ਤੋਸ਼ੇਖਾਨੇ 'ਚ ਜਿੰਨੇ ਵੀ ਖਜ਼ਾਨੇ ਭਰੇ ਪਏ ਸੀ, ਸਟੋਰ ਭਰੇ ਹੋਏ ਸੀ, ਉਹ ਸਾਰੇ ਕਢਵਾ ਲਏ। ਸਿੰਘਨ ਕੇ ਅੰਗਨ ਲਗਵਾਏ। ਜਿੰਨਾ ਜਿੰਨਾ ਸ਼ਸਤਰਾਂ ਦਾ ਭਾਰ ਚੁੱਕ ਸਕਦੇ ਸੀ ਸਭ ਸਿੰਘਨ ਕੇ ਅੰਗਨ ਲਗਵਾਏ। ਇੱਕ ਇੱਕ ਸਿੰਘ ਨੇ 5 5 7 7 ਸ਼ਸਤਰ ਚੁੱਕੇ। ਮੋਢਿਆਂ ਤੇ ਪੱਥੇ, ਤੀਰ ਕਮਾਨ, ਕਮਰ ਕੱਸੇ ਦੇ ਸ਼ਸਤਰ, ਹੱਥਾਂ ਦੇ ਸ਼ਸਤਰ, ਆਪਣੀ ਗਾਤਰੇ ਦੇ ਸ਼ਸਤਰ, ਜਿੰਨੇ ਜਿੰਨੇ ਸ਼ਸਤਰ ਚੁੱਕ ਸਕਦੇ ਸੀ ਸਿੰਘ ਜੀ, ਜਿੰਨਾ ਜਿੰਨਾ ਭਾਰ ਚੁੱਕ ਸਕਦੇ ਸੀ, ਸਿੰਘਨ ਕੇ ਅੰਗਨ ਲਗਵਾਏ। ਪਹਿਲੀ ਗੱਲ ਤੇ ਰੱਜ ਕੇ ਸ਼ਸਤਰ ਚੁੱਕੋ ਜਿੰਨੇ ਜਿੰਨੇ ਚੁੱਕ ਸਕਦੇ ਹੋ। ਉਸ ਤੋਂ ਬਾਅਦ ਜਿਹੜੇ ਬਚਣਗੇ ਉਹ ਫਿਰ ਵੇਖਾਂਗੇ।
ਇੱਕ ਇੱਕ ਸ਼ਸਤਰ ਨੂੰ ਸਿੰਘ ਨੂੰ ਸ਼ਸਤਰਾਂ ਦੇ ਨਾਲ ਲੱਦਿਆ ਪੁਨ ਸ਼੍ਰੀ ਮੁਖ ਸਭ ਕੋ ਫਰਮਾਏ। ਤੇ ਫਿਰ ਮੁਖਾਰ ਬਿੰਦ ਤੋਂ ਸੱਚੇ ਪਾਤਸ਼ਾਹ ਜੀ ਨੇ ਸਾਰੇ ਸਿੰਘਾਂ ਨੂੰ ਬਚਨ ਕੀਤਾ। ਨਿਕ ਸਹੋ ਰਾਤ ਮਹਾ ਤਮਸ਼ਾਏ। ਸਾਹਿਬ ਕਹਿਣ ਲੱਗੇ ਅੱਜ ਰਾਤ ਸ਼੍ਰੀ ਅਨੰਦਪੁਰ ਸਾਹਿਬ ਤੋਂ ਅਸੀਂ ਕੂਚ ਕਰਾਂਗੇ। ਆਨੰਦਾਂ ਦੀ ਪੁਰੀ ਤੋਂ ਧੰਨ ਕਲਗੀਧਰ ਪਾਤਸ਼ਾਹ ਜੀ ਨੇ ਤੁਰਨ ਦਾ ਫੈਸਲਾ ਸੁਣਾ ਦਿੱਤਾ। ਸਾਧ ਸੰਗਤ, ਆਪ ਸਫਰੇ ਸ਼ਹਾਦਤ ਦੇ ਅੰਦਰ ਬਹੁਤ ਸੰਜੀਦਗੀ ਦੇ ਨਾਲ, ਬੜੀ ਗੰਭੀਰਤਾ ਦੇ ਨਾਲ ਇਹ ਸਭ ਕੁਝ ਦੇ ਸੁਰਤ ਦੀਆਂ ਅੱਖਾਂ ਨਾਲ ਦਰਸ਼ਨ ਕਰਦੇ ਹੋ, ਜਿਹਨੂੰ ਜੋਗੀ ਜੀ ਕਹਿੰਦੇ ਆ, ਤਾरों की छाँव में किले से सतगुर रवां हुए, कस के कमर असवार सारे जवां हुए, कुछ आगे ले निशान शेरे जियां हुए, कुछ पीछे जान निसार सतगुर दरमियां हुए, चारों पिसर हजूर के हमराह सफ़र थे, अजीत सिंह जोरावर जुजार और फतेह थे। जिगर दे चारे टुकड़े नाल ने, ਸਿੰਘ ਨਾਲ ਨੇ। 1.5 ਕੁ ਪੈਰ ਲਗਭਗ ਰਾਤ ਗੁਜ਼ਰੀ ਸੀ, ਪੈਰ 1.5 ਪੈਰ ਤਾਰੋਂ ਕੀ ਛਾਂ ਮੇ, ਜਦੋਂ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਤੋਂ ਤੁਰੇ ਤਾਂ ਸਿੰਘਾਂ ਨੂੰ ਮਹਾਰਾਜ ਨੇ ਫਰਮਾਨ ਕੀਤਾ, ਸਿੰਘਨ ਕੋ ਨਿਕਸੋਂ ਰਾਤ ਮਹਾਤਮ ਛਾਏ। ਮਹਾਤਮ ਅੱਜ ਸੰਧਿਆ ਤੋਂ ਬਾਅਦ ਸ਼੍ਰੀ ਅਨੰਦਪੁਰ ਸਾਹਿਬ ਤੋਂ ਕੂਚ ਕੀਤਾ ਜਾਏਗਾ। ਬੜਾ ਬਹੁਤ ਭਾਰੀ ਭਰਕਮ ਫੈਸਲਾ ਸੀ ਇਹ, ਔਰ ਨਾ ਕਿਸੇ ਮਜਬੂਰੀ 'ਚ ਲਿਆ ਸੀ, ਕਿਸੇ ਡਰ ਦੇ ਦਬਾਅ ਦੇ ਬੇਵਸੀ ਦੇ ਅਧੀਨ ਨਹੀਂ। ਜੰਗ ਜਾਰੀ ਹੈ, ਸ਼ਸਤਰਾਂ ਨਾਲ ਲੱਦ ਦਿੱਤਾ ਸਿੰਘਾਂ ਨੂੰ। ਜੰਗ 'ਚੋਂ ਨਿਕਲਣ ਦਾ ਮਤਲਬ ਹੁੰਦਾ ਸ਼ਸਤਰ ਸੁੱਟ ਕੇ ਜਾਣਾ। ਸ਼ਸਤਰਾਂ ਨਾਲ ਲੱਦੇ ਹੋਏ ਨੇ ਸਿੰਘ। ਇੱਕ ਕਿਲੇ 'ਚੋਂ ਨਿਕਲੇ ਨੇ ਤੇ ਕਿਲਾ ਨਹੀਂ ਛੱਡਿਆ, ਮਨੁੱਖੀ ਸਰੀਰਾਂ ਦਾ ਕਿਲਾ ਹੈ, ਜਿਹਦੇ ਵਿੱਚ ਸਿੰਘ ਮਾਹਿਰ ਸਨ ਕਿ ਤੁਰੇ ਜਾਂਦਿਆਂ ਮਨੁੱਖੀ ਸਰੀਰਾਂ ਦਾ ਕਿਲਾ ਬਣਾ ਕੇ, ਕਵਚ ਬਣਾ ਕੇ, ਚਾਰੇ ਪਾਸੇ ਆਪਣੇ ਆਪ ਨੂੰ ਸੁਰੱਖਿਅਤ ਦਾ ਘੇਰਾ ਬਣਾ ਕੇ ਕਿੱਦਾਂ ਤੁਰੇ ਜਾਂਦਿਆਂ ਜੰਗ ਕਰਨੀ ਹੈ ਤੇ ਦੁਸ਼ਮਣ ਨੂੰ ਰੋਕ ਕੇ ਰੱਖਣਾ। ਸੱਚਾਈ ਇਹ ਹੈ ਕਿ ਕੰਧਾਂ ਦਾ ਕਿਲਾ ਛੱਡਿਆ, ਵਾਸਤਵ ਵਿੱਚ ਯੁੱਧ ਦਾ ਕਿਲਾ ਨਹੀਂ ਛੱਡਦੇ ਸੱਚੇ ਪਾਤਸ਼ਾਹ। ਫੈਸਲਾ ਸਤਿਗੁਰੂ ਜੀ ਨੇ ਸੁਣਾ ਦਿੱਤਾ। ਸਾਧ ਸੰਗਤ, ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਤਿਆਗ ਦੀ ਮੂਰਤ ਨੇ। ਸਾਧ ਸੰਗਤ ਜੀ, ਐਵੇਂ ਨਹੀਂ ਕੌਮਾਂ ਦੇ ਇਤਿਹਾਸ ਸਿਰਜੇ ਜਾਂਦੇ। ਧੰਨ ਗੁਰਸਿੱਖ, ਗੁਰੂ ਦੇ ਸਿਦਕ ਵਿੱਚ ਗੁਰੂ ਦਾ ਹੁਕਮ ਕਮਾਉਣ ਵਾਲੇ ਜੀ। ਸੇਵਕ ਹੀ ਉਹ ਹੈ ਜਿਹੜਾ ਹੁਕਮ ਨੂੰ ਪਰਨਾਇਆ ਹੁੰਦਾ। ਸੇਵਕ ਕਉ ਸੇਵਾ ਬਾਣੀ ਆਈ, ਹੁਕਮ ਬੂਝ ਪਰਮ। ਪਰਮ ਪਦਵੀ ਦਾ ਮਾਲਕ, ਪਰਮ ਗਤੀ ਦਾ ਮਾਲਕ, ਇਹਦੇ ਤੋਂ ਉੱਚੀ ਅਵਸਥਾ ਕੀ ਹੋ ਸਕਦੀ ਹੈ ਜਿਹੜਾ ਸਿੱਖ ਆਪਣੇ ਆਪ ਨੂੰ ਹੁਕਮ 'ਚ ਢਾਲ ਦਿੰਦਾ। ਸੋ ਸਤਿਗੁਰੂ ਜੀ ਨੇ ਹੁਕਮ ਸੁਣਾ ਦਿੱਤਾ, ਹੋਰ ਹੋਤ ਲਉ ਪਹੁੰਚਹੁ ਦੂਰ। ਸਵੇਰ ਹੋਣ ਤੱਕ ਸ਼੍ਰੀ ਅਨੰਦਪੁਰ ਸਾਹਿਬ ਤੋਂ ਅਸੀਂ ਦੂਰ ਹੋਵਾਂਗੇ। ਆਨੰਦਾਂ ਦੀ ਪੁਰੀ ਦੀਆਂ ਗਲੀਆਂ ਨੂੰ ਸੱਚੇ ਪਾਤਸ਼ਾਹ ਜੀ ਦੇ ਸਰੀਰ ਕਰਕੇ ਆਖਰੀ ਛੋਹ ਸੀ ਇਹ। ਉਹ ਪਵਿੱਤਰ ਧਰਤੀ, ਉਹ ਪਵਿੱਤਰ ਖਾਕ ਜਿਹੜੀ ਸਤਿਗੁਰਾਂ ਦੀ ਛੋਹ ਨਾਲ ਅਮੀਰ ਹੁੰਦੀ ਸੀ, ਉਹ ਗਲੀਆਂ ਦੇ ਅੰਦਰ ਵੀ ਇੱਕ ਵੈਰਾਗ ਵਾਲਾ ਸਨਾਟਾ ਛਾਇਆ, ਚੁੱਪ ਵਰਤੀ ਹੋਈ ਹੈ। ਕੋਈ ਸਿੰਘ ਨਹੀਂ ਬੋਲ ਰਿਹਾ। ਸਤਿਗੁਰੂ ਜੀ ਸਿੰਘਾਂ ਨਾਲ ਬਚਨ ਕਰ ਰਹੇ ਹਨ, ਸਾਵਧਾਨ ਹੋ ਜਾਓ ਬਨਸੂਰ। ਹਾਂ, ਇਹ ਜ਼ਰੂਰ ਕਿਹਾ ਜੀ ਵੀ ਨਿਕਲਣ ਦਾ ਅਰਥ ਇਹ ਨਹੀਂ ਕਿ ਜੰਗ 'ਚੋਂ ਜਾ ਰਹੇ ਹਾਂ, ਅਸੀਂ ਜੰਗ ਵਿੱਚ ਹੀ ਹਾਂ। ਤੇ ਸਿੰਘੋ ਸੁਚੇਤ ਹੋਣਾ ਤੇ ਸੂਰਮ ਗਤੀ ਦਾ ਪੱਲਾ ਫੜਨਾ। ਸਾਵਧਾਨ ਹੋ ਜੋ, ਬਣ ਸੂਰ, ਸੂਰਮੇ ਬਣ ਕੇ ਚੱਲਣਾ ਹੈ। ਅਸੀਂ ਕਾਇਰਾਂ ਵਾਂਗ ਨਹੀਂ ਨਿਕਲਣ ਲੱਗੇ, ਸੂਰਮਿਆਂ ਵਾਂਗ ਹਿੱਕਾਂ ਤਾਣ ਕੇ ਵੈਰੀ ਦਾ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ ਰਹਿਣਾ। ਮਹਾਰਾਜ ਨੇ ਇਹ ਜ਼ਰੂਰ ਸਿੰਘਾਂ ਨੂੰ ਕਿਹਾ। ਨਿਕਲਣ ਦਾ ਅਰਥ ਇਹ ਨਹੀਂ ਹੈ। ਇੱਦਾਂ ਸਤਿਗੁਰੂ ਜੀ ਖਾਲਸੇ ਨੂੰ ਮੁਖਾਤਬ ਹੋਏ। 21 ਸੈਕੋ ਸਨ ਲਗ ਰਾਜੂ। ਹਾਂ, ਮਹਾਰਾਜ ਕਹਿਣ ਲੱਗੇ, ਜੋ ਸਾਡਾ ਇਤਿਹਾਸ ਲਿਖ ਰਿਹਾ ਜੀ ਸੁਣਿਓ। ਕਹਿੰਦੇ ਬਚਨ ਕਹੇ ਸਤਿਗੁਰੂ ਜੀ, ਕਹਿੰਦੇ ਵੀ ਅਸੀਂ ਜਿੱਥੇ ਵੀ ਹਾਂ ਔਰੰਗਜ਼ੇਬ ਦਾ ਰਾਜ ਹੈ, ਤੇ ਜੇ ਔਰੰਗਜ਼ੇਬ ਦਾ ਰਾਜ ਹੈ ਤੇ ਜ਼ੁਲਮ ਦੇ ਨਾਲ ਸਾਡੀ ਟੱਕਰ ਹੈ।
2100 ਕੋਹਾਂ तक एक पासे तो दूजे पासे तक लगभग जड़ा कवि जी का इतिहास का अंदाजा है भी महाराज कहा भी 2100 कोਹਾਂ तक औरंगजेब का राज है। अपर कहाँ लग गिन है समाजू। ते होर बाकी जिहड़ी ओहदियां रियासतां ने उहदे अधीन है सारा कुछ, जिथे मर्जी चले जाइए जिथे जुल्म है उत्थे साडी जंग है। ते इन्ने कोਹਾਂ तक औरंगजेब का राज है, इस वास्ते जिथे जुल्म का राज है उत्थे असीं जुल्म के विरुद्ध खड़े हैं। तो जंग तो तुहाडे नाल नाल ही है। साध संगत किड्डियां वड्डियां चुनौतियां, एक पासे अपना सुभाਅ नहीं त्यागना, परोपकार, वैरी मित्र नूं सम करके जानना, एक पासे सच ते पहरा देना जिहदे नाल बहु गिणती वैरी खड़े हो जाने, एक पासे धर्म नूं जिंदा रखना जिहड़ा जालम नूं पसंद नहीं है, ते फिर सुभाਅ नहीं छड्डना कि वैरी मित्र सम करके जानना। सिੱਖੀ ते अपने आप में ही एक तप है ना। हमारे कहते एको समय दोनों गल्लां भी चिक्कड़ विच भी रहना ते चिक्कड़ तो नरलेप भी रहना, जूझना भी है ते ईरखा दी नफरत दी अग विच भी नहीं सड़ना। सूरमियां वांग जंग लई तैयार रहना। सैन कोस अनगन जिस पासी। पर कहते भी ना उहदे कोल कोश बहुत है, खजाना बहुत है, साधन बहुत ने ते सैना बहुत है। 2100 कोਹਾਂ तक राज है औरंगजेब का, ते जिहदे कोल सैन कोश अनगन जिस पासी, अनगिणत है फौज भी, ते जिहड़ा दौलत खजाना संपत्ति है वह भी जिस औरंगजेब कोल बेशुमार है। पच हारे अब रंग बल रासी। हाँ, पर यह गल पक्की है कि खालसा पंथ जी तुहाडे बल अगे, तुहाडे सिदक अगे, तुहाडे ताण अगे औरंगजेब अपनी हार मन गया, यह उहदा परवाना है। पच हारियो अब रंग बल रासी, जिहड़ा 2100 कोਹਾਂ तक राज का मालिक, बेशुमार फौजां का, दौलतां का मालिक है, मानसिक तौर पर तुहाडे सिदक सामने वो हार चुकिया है। आनंदपुर के हेत छुड़ावन। इसलिए श्री आनंदपुर साहब छडाण लई उहदा बल हार गया ते हुण उहने धर्म का आसरा लिया। श्री आनंदपुर साहब की जंग औरंगजेब नूं हरा के फिर सतगुरु जी तुरे ने। साध संगत जिहदी लिखत महाराज ने सांभ के अपने कमर कस्से च रख, भावें दल लखां की गिनती विच सी पर पहाड़ी राजा ने हार तस्लीम लिखती की है, वास्तियां ते उतरे ने, तरलियां ते फिर तुरिया महाराज। इसलिए प्रमाणिक है कि 14 जंगां हजूर लड़ते हैं, एक भी जंग विच खालसा पंथ की हार नहीं हुंदी। साध संगत मोर्चे, मुकाम, किले, पैंतड़े बदले जाते हुंदे आ, जंग जारी है ते जंग दे जेतू हैं। सतगुरु जी कहते भी ये सब कुछ होने के बावजूद श्री आनंदपुर साहब छडाउण वास्ते सब गिरपत को दल चढ़ आवन। भावें सारे पहाड़ी राजियां दा दल चढ़ाई करके आ गया, मूर्ख लाए लाए बलहारे। तान ला लिया 8 महीने, कोशिश कर ली, वाह ला ली, हल्ले बोल बोल के आए। श्री आनंदपुर साहब दी बाहरली फसील तक, सरदल तक भी पहुँच नहीं कर सकिया। 10 लाख का दल चढ़ कर आए, दल भारी, सब गिरपत को चढ़ दल भारी, मूर्ख लाए लाए बल हारे। हम गए, हार गए, बेबस हो गए। तो फिर विष्णु का, सालग्राम का, गऊ माता का वास्ता पाउण लगे, हाय पत रख लो, बल हारे, ताण मुक गया। वो गल वखरी है भी फिर की हथियार वजों वरतते ने, भावें मन करके ने, पर यह सी भी जड़ा बल हंकार बन के आया सी ना, मुक गया। मूर्ख लाए लाए बल हारे। तो खालसा पंथ नूं महाराज ने कहा भी श्री आनंदपुर साहब तो चले आ, पर ढैंदी कला च नहीं, तुहानूं मुबारक है कि औरंगजेब की हार का नतीजा साडे हत्थ विच है। दूसरे पासे पहाड़ी राजियां का बल मुक चुकिया, जिन्हां की लिखत साडे कोल है। खालसा पंथ ने
ਫਤਿਹ ਦੇ ਡੰਕੇ ਵਜਾਏ। ਸਾਧ ਸੰਗਤ ਜੀ, ਮਜਬੂਰੀ ਤੇ ਲਾਚਾਰੀ ਨਹੀਂ ਜੀ, ਬੇਵਸੀ ਨਹੀਂ, ਛਲੇ ਨਹੀਂ ਗਏ। ਇਹ ਸਤਿਗੁਰੂ ਜੀ ਨੇ ਬਚਨ ਕੀਤੇ। ਦੇਸ ਵਿਦੇਸ਼ ਸੂਰਮਾ ਸਾਰੇ, ਸਾਰੇ ਇਕੱਠੇ ਕਰ ਲਏ, ਦੇਸ਼ ਵਿਦੇਸ਼ ਦੇ ਸੂਰਮੇ, ਸਾਰੇ ਨਵਾਬ ਸੂਬੇ ਐਲਕਾਰ ਸਭ ਇਕੱਠੇ ਕਰ ਲਏ, ਪਰ ਮੂਰਖ ਲਾਏ ਲਾਏ ਬਲ ਹਾਰੇ। ਤਾਣ ਲਾ ਲਾ ਕੇ ਹਾਰ ਗਏ। ਕਿਸ ਕੋ ਬਲ ਨਹਿ ਚਲਿਓ ਕਦਾਈ। 8 ਮਹੀਨੇ ਦੇ ਘੇਰੇ ਕੱਤ ਕੇ ਤਾਬੜ ਤੋੜ ਹੱਲੇ ਕੀਤੇ, ਕਈ ਵਸੀਲੇ ਵਰਤੇ, ਪਰ ਕਿਸੇ ਦਾ ਕੋਈ ਜ਼ੋਰ ਨਹੀਂ ਚੱਲ ਸਕਿਆ। ਪਚ ਪਚ ਬੈਠੇ ਰਿਪ ਸਮੁਦਾਈ। ਤੇ ਓੜ ਕੇ ਫਿਰ ਹਾਰ ਕੇ ਹੰਬ ਕੇ ਘੇਰੇ ਕੱਤ ਕੇ ਦੂਰ ਬਹਿ ਗਏ ਸੀ, ਜਿੱਥੋਂ ਸਤਿਗੁਰਾਂ ਦੇ ਤੀਰਾਂ ਦੀ ਮਾਰ ਤੋਂ ਬਚਿਆ ਜਾ ਸਕੇ। ਜਿਹੜੇ ਕੈਦ ਕਰਨ ਆਏ ਸੀ ਉਹ ਆਪ ਮੋਰਚਿਆਂ 'ਚ ਕੈਦ ਹੋ ਕੇ ਰਹਿ ਗਏ ਸੀ। ਇਹ ਵੱਡੇ ਸ਼ਾਸਕਾਂ ਦੀ ਹਾਰ ਦਾ ਇੱਕ ਪ੍ਰਤੱਖ ਪ੍ਰਮਾਣ ਸੀ। ਨਹੀਂ ਦੂਣ ਸ਼ੋਰੀ ਕਿਸ ਕਾਲ। ਤੇ ਨਾ ਹੀ ਫਿਰ ਸਿੰਘਾਂ ਨੇ ਆਪਣੀ ਮਰਜ਼ੀ ਨਾਲ ਦੂਣ ਛੱਡੀ, ਪਹਾੜੀ ਇਲਾਕਾ ਛੱਡਿਆ। ਮੋਰਚੇ ਲਾ ਕੇ ਸਿੰਘ ਡਟੇ ਰਹੇ। ਜੇ ਵਾਕਈ ਕੁਰਾਨੇ ਪਾਕ ਤੇ ਸਾਲਗ੍ਰਾਮ ਗਊ ਆਦਿਕ ਬਣਾ ਕੇ ਨਾ ਭੇਜਦੇ, ਵਾਸਤੇ ਤਰਲੇ ਲਿਖ ਕੇ ਨਾ ਭੇਜਦੇ, ਕਦੀ ਵੀ ਸ਼੍ਰੀ ਅਨੰਦਪੁਰ ਸਾਹਿਬ ਨੂੰ ਛੱਡਿਆ ਨਾ ਜਾਂਦਾ। ਕਿਉਂਕਿ ਦੂਸਰਿਆਂ ਦੇ ਧਰਮ ਦਾ ਸਨਮਾਨ ਕਰਨਾ ਇਹ ਸਤਿਗੁਰੂ ਜੀ ਨੇ ਸਿਖਾਇਆ, ਇਨਸਾਨੀਅਤ ਜਿਹੜੀ ਸੀ। ਇਸ ਲਈ ਸੱਚੇ ਪਾਤਸ਼ਾਹ ਨੇ ਕਿਹਾ ਫੈਸਲਾ ਅਨੰਦਪੁਰ ਸਾਹਿਬ ਛੱਡਿਆ ਜਾਏ, ਨਹੀਂ ਤੇ ਤਾਣ ਲਾ ਲਾ ਕੇ ਸਭ ਹਾਰੇ ਸਨ। ਰਾਖਿਓ ਆਪਣੋ ਤੇਜ ਵਿਸਾਲ। ਖਾਲਸੇ ਦੇ ਤੇਜ ਦੇ ਸਾਹਮਣੇ ਨਹੀਂ ਸਨ ਟਿਕ ਸਕੇ। ਸਿੱਖ ਸਖਾ ਕੋ ਬਾਇਓ ਨਾ ਤਾਤੀ। ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸ਼ਰਨ ਆਏ। ਭਾਵੇਂ ਦੁੱਖ ਭੁੱਖ ਨਾਲ ਆਤਰ ਹੋਏ, ਪਰ ਗੁਰੂ ਕੀ ਛਤਰ ਛਾਇਆ ਵਿੱਚ ਸਿੱਖ ਚੜ੍ਹਦੀ ਕਲਾ ਵਿੱਚ ਸਨ। ਸੁਖ ਸੋ ਸੁਪਤ ਨਾ ਦੀਏ ਅਰਾਤੀ। ਦੁਸ਼ਮਣ ਸੌਣ ਨਹੀਂ ਦਿੱਤਾ ਸੁੱਖ ਦੀ ਨੀਂਦੇ। ਸੁਖ ਸੋ ਸੋਏ ਨਾ ਦੀਏ ਅਰਾਤੀ। ਅਰਾਤੀ ਦਾ ਅਰਥ ਹੈ ਆਰੀ ਵੈਰੀ। ਸਿੰਘ ਭਾਵੇਂ ਅੰਦਰ ਭੁੱਖੇ ਸਨ, ਪਰ ਵੈਰੀ ਮੋਰਚਿਆਂ ਦੇ ਅੰਦਰ ਦੂਰ ਬੈਠਾ ਫੌਜਾਂ ਵੱਡੀ ਗਿਣਤੀ 'ਚ ਲੈ ਕੇ ਚੈਨ ਦੀ ਨੀਂਦ ਨਾ ਸੌਂ ਸਕਿਆ। ਗਿਰ ਕੇ ਜਨ ਰਾਜੇ ਸਮੁਦਾਈ। ਪਹਾੜੀਆਂ ਦੇ ਜਿੰਨੇ ਸਾਰੇ ਰਾਜੇ ਸਨ, ਆਪਨ ਤੇਜ ਤਰ ਰਖੇ ਦੁਬਾਈ। ਖਾਲਸੇ ਦੇ ਤੇਜ ਦਾ ਪ੍ਰਭਾਵ ਬਹੁਤ ਮੰਨਦੇ ਸੀ ਜੀ। ਇਹੀ ਕਾਰਨ ਸੀ ਵੀ ਜੇ ਲੱਖਾਂ ਦੇ ਸਾਹਮਣੇ 40-50 ਦਾ ਵੀ ਦਲ ਗਿਆ ਨਾ, ਤੇ ਇੱਕ ਵਾਰੀ ਹਾਹਾਕਾਰ ਮਚ ਗਈ ਜੀ। ਇੰਨਾ ਖਾਲਸਈ ਜਲਾਲ ਜਿਹੜਾ ਸਤਿਗੁਰੂ ਜੀ ਨੇ ਸਿੱਖ ਦੀ ਝੋਲੀ 'ਚ ਪਾਇਆ ਕਿ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਇੰਨਾ ਖਾਲਸੇ ਜਲਾਲ ਸੀ ਕਿ ਲੱਖਾਂ ਦਾ ਦਲ ਖੌਫ ਖਾਂਦਾ। ਗੁਰੂ ਬਹਾਦਰ ਵੱਡੇ ਵਡੇਰੇ। ਧੰਨ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਸਾਹਿਬ ਜੀ ਦੇ ਜਿਹੜੇ ਸਾਥੀ ਨੇ, ਸਿੰਘ ਨੇ, ਉਹ ਬੜੇ ਬੜੇ ਬਲੀ ਨੇ ਜੀ। ਬੰਦਿਆਂ ਤੋਂ ਹਾਥੀ ਤੜਵਾ ਸਕਦੇ ਆ ਮਹਾਰਾਜ। ਮਹਾਬਲੀ ਯੋਧੇ ਸੂਰਮੇ ਸਿੱਖ ਹਨ। ਰਿਪ 10 ਲੱਖ ਨਾ ਢੁਕੇ ਨੇਰੇ। ਜਿਹਦੇ ਕਰਕੇ 10 ਲੱਖ ਦੀ ਗਿਣਤੀ 'ਚ ਚੜ੍ਹ ਕੇ ਆਇਆ ਹੋਇਆ ਵੈਰੀ ਸ਼੍ਰੀ ਅਨੰਦਪੁਰ ਸਾਹਿਬ ਦੀ ਜੂਹ ਵਿੱਚ ਨਹੀਂ ਆ ਸਕਿਆ। ਸਾਧ ਸੰਗਤ, ਦੁਸ਼ਮਣ ਰਿਪ 10 ਲੱਖ ਨਾ ਢੁਕੇ ਨੇਰੇ। 10 ਲੱਖ ਤੋਂ ਵੱਧ ਗਿਣਤੀ ਹੋ ਗਈ ਸੀ ਜਿੱਦਣ ਖਵਾਜਾ ਮਰਦੂਦ ਵੀ ਆ ਗਿਆ ਫਿਰ। ਪਰ ਵੈਰੀ ਅਨੰਦਪੁਰ ਸਾਹਿਬ ਦੀ ਬਾਹਰਲੀ ਫਸੀਲ ਨੂੰ ਨਾ ਛੋਹ ਸਕਿਆ। ਕੋਸ ਕੋਸ ਲਗ ਦੂਰ ਟਿਕਾਏ। ਉਹਾਂ ਤੱਕ ਦੂਰ ਦੂਰ ਆਪਣੇ ਡੇਰੇ ਪਾ ਕੇ ਬੈਠੇ ਰਹੇ ਵੀ ਇੱਥੋਂ ਤੱਕ ਸਿੱਖਾਂ ਦੀਆਂ ਤੋਪਾਂ ਤੇ ਤੀਰਾਂ ਦੀ ਮਾਰ ਨਹੀਂ, ਇੱਥੇ ਅਸੀਂ ਬਚੇ ਹੋਏ। ਭਾਵੇਂ ਘੇਰਾ ਘੱਤਿਆ ਹੋਇਆ ਸੀ, ਪਰ ਇੱਕ ਖੌਫ ਦੇ ਅਧੀਨ ਵੈਰੀ ਦਲ ਬੈਠਾ ਰਿਹਾ। ਮਾਰ ਹਜ਼ਾਰਾਂ ਵੀਰ ਖਪਾਏ। ਫਿਰ ਵੀ ਸਿੰਘਾਂ ਦਾ ਜਦੋਂ ਬਲ ਪੈਂਦਾ, ਜ਼ੋਰ ਪੈਂਦਾ, ਤੇ ਹਜ਼ਾਰਾਂ ਸੂਰਮਿਆਂ ਨੂੰ ਮਿੱਟੀ 'ਚ ਮਿਲਾ ਦਿੰਦੇ। ਸੋ ਪ੍ਰਭ ਆਪ ਦੁਰਗ ਕੋ ਸ਼ੌਰ। ਇਹ ਬਹੁਤ ਕਲੀਅਰ ਕਰਨਾ ਜੀ। ਪਤਾ ਨਹੀਂ ਕਿਸ ਭਰਮ 'ਚ ਪੈ ਕੇ ਕਹਿ ਦਿੱਤਾ ਵੀ ਮਜਬੂਰੀ ਨੂੰ ਜਾਂ ਛਲ ਦੇ ਨਾਲ ਅਨੰਦਪੁਰ ਸਾਹਿਬ ਛਡਾਇਆ। ਸੋ ਪ੍ਰਭ ਆਪ ਦੁਰਗ ਕੋ ਸ਼ੋਰ। ਆਪ ਦੁਰਗ ਕੋ ਸ਼ੋਰ। ਮਹਾਰਾਜ ਆਪ ਫੈਸਲਾ ਲੈ ਰਹੇ ਹਨ ਸ਼੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਦਾ, ਕਿਲ੍ਹਾ ਆਨੰਦਗੜ੍ਹ ਸਾਹਿਬ ਨੂੰ ਛੱਡਣ ਦਾ। ਮਜਬੂਰੀ ਵਿੱਚ ਨਹੀਂ ਹੋ ਰਿਹਾ ਫੈਸਲਾ, ਲਾਚਾਰੀ ਬੇਵਸੀ 'ਚ ਨਹੀਂ ਹੋ ਰਿਹਾ।
ਇਹ ਬਹੁਤ ਪਿਆਰਾ ਮੈਨੂੰ ਕਿਸੇ ਅਦੀਬ ਦਾ ਬੋਲ ਲੱਗਦਾ, ਔਰ ਮੈਂ ਅਕਸਰ ਤੁਹਾਡੇ ਨਾਲ ਸਾਂਝਾ ਵੀ ਕਰਦਾ ਵੀ ਚਿੜੀਆਂ ਜਿਸ ਦੀਆਂ ਬਾਜਾਂ ਤੇ ਹੋਣ ਭਾਰੂ, ਉਸ ਦੇ ਬਾਜਾਂ ਵਿੱਚ ਕਿੰਨੀ ਕੁ ਜਾਨ ਹੋਸੀ। 1.25 ਲੱਖ ਨਾਲ ਇੱਕ ਲੜਾਉਣ ਵਾਲਾ ਕਲਗੀਧਰ ਖੁਦ ਕਿੱਡਾ ਬਲਵਾਨ ਹੋਸੀ। ਕੌਣ ਉਹਦੇ ਤੀਰਾਂ ਦੀ ਤਾਬ ਝੱਲ ਸਕਦਾ ਸੀ? ਸ਼੍ਰੀ ਪ੍ਰਭ ਆਪ ਦੁਰਗ ਕੋ ਸ਼ੋਰ। ਇਹ ਫੈਸਲਾ ਸਤਿਗੁਰੂ ਜੀ ਨੇ ਆਪ ਕੀਤਾ ਕਿ ਅੱਜ ਰਾਤ ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਕੂਚ ਕੀਤਾ ਜਾਵੇਗਾ ਚਹਿਓ ਪਿਆਨਾ ਦਸ਼ਨ ਔਰ, ਦੱਖਣ ਵਾਲੇ ਪਾਸੇ ਨੂੰ। 1704 6 ਪੋਹ ਦੀ ਰਾਤ ਗੁਰੂ ਪਾਤਸ਼ਾਹ ਜੀ ਨੇ ਸਿੰਘਾਂ ਨਾਲ ਬਚਨ ਕੀਤਾ, ਸਭ ਕੁਝ ਛੱਡਿਆ ਜਾ ਸਕਦਾ ਹੈ, ਧਨ ਖਜ਼ਾਨੇ ਕੀਮਤੀ ਵਸਤਰ ਸੋਨਾ ਚਾਂਦੀ ਸਭ ਕੁਝ ਸਪੁਰਦੇ ਨਦੀ ਕਰ ਦਿੱਤਾ, ਜਾਂ ਸਪੁਰਦੇ ਅਗਨ ਕਰ ਦਿੱਤਾ, ਜਾਂ ਸਪੁਰਦੇ ਖਾਕ ਕਰ ਦਿੱਤਾ। ਪਰ ਮਹਾਰਾਜ ਨੇ ਕਿਹਾ ਸ਼ਸਤਰ ਜਿੰਨੇ ਨੇ ਨਾ, ਇੱਕ ਇੱਕ ਸਿੰਘ ਜਿੰਨਾ ਸ਼ਸਤਰ ਚੁੱਕ ਸਕਦਾ ਉਹ ਚੁੱਕੇ, ਬਾਕੀ ਖੱਚਰਾਂ ਲੱਦੀਆਂ ਰੱਜ ਕੇ ਤੀਰਾਂ ਦੀਆਂ। ਕਿਉਂਕਿ ਮੋਰਚਾ ਬਦਲਿਆ ਜਾ ਰਿਹਾ ਸੀ, ਜੰਗ ਨਹੀਂ ਸੀ ਛੱਡਿਆ ਜਾ ਰਿਹਾ। ਜੰਗ ਚੋਂ ਨਹੀਂ ਸਿੱਖ ਜਾ ਰਹੇ, ਜੰਗ ਤੇ ਨਿਰੰਤਰ ਜਾਰੀ ਹੈ। ਸ਼ਸਤਰ ਸੁੱਟਣ ਦਾ ਮਤਲਬ ਹੁੰਦਾ, ਨਿਕਲਣ ਦਾ ਮਤਲਬ ਹੁੰਦਾ ਸ਼ਸਤਰ ਛੱਡ ਕੇ ਕਿ ਜੰਗ ਚੋਂ ਚਲੇ ਗਏ। ਜੰਗ ਤੇ ਲੜਦੇ ਜੂਝਦੇ ਜਾ ਰਹੇ ਨੇ ਨਾ। ਇਹੀ ਸਿਖਾਇਆ ਮਹਾਰਾਜ ਨੇ ਖਾਲਸਾ ਪੰਥ ਜੀ, ਅੱਗੇ ਵੀ ਵਧਣਾ ਤੇ ਜੂਝਦੇ ਵੀ ਜਾਣਾ। ਇਹੀ ਹੈ ਸਿੱਖੀ ਦਾ ਧਰਮ ਸਾਧ ਸੰਗਤ ਜੀ। ਸੰਘਰਸ਼ ਵੀ ਕਰਨਾ, ਸਟਰਗਲ ਤੁਹਾਡੇ ਨਾਲ ਨਾਲ ਹੈ, ਪਰ ਸਟਰਗਲ ਵਿੱਚ ਸੰਘਰਸ਼ ਵਿੱਚ ਰੁਕਣਾ ਨਹੀਂ, ਅੱਗੇ ਵਧਦੇ ਜਾਣਾ। ਕਿਸੇ ਇੱਕ ਮੁਕਾਮ ਉੱਤੇ ਨਹੀਂ, ਆਪਣੇ ਮੁਕਾਮ ਸਰ ਕਰਦੇ ਗੁਰੂ ਦੇ ਮਾਰਗ ਦੇ ਉੱਤੇ ਤੁਰਦੇ ਜਾਣਾ। ਜਿੰਨੀ ਦੇਰ ਜ਼ੁਲਮ ਦਾ ਨਾਸ਼ ਨਹੀਂ ਹੁੰਦਾ, ਜਿੰਨੀ ਦੇਰ ਧਰਮ ਦਾ ਪ੍ਰਕਾਸ਼ ਨਹੀਂ ਹੁੰਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਚਹਿਓ ਪਿਆਨਾ ਦੱਛਣ ਔਰ, ਇਹ ਫੈਸਲਾ ਸੁਣਾਇਆ। ਸਭ ਕੇ ਗਰਭ ਵੱਡੇ ਕਰ ਭੰਜਨ, ਵੱਡਿਆਂ ਵੱਡਿਆਂ ਦੇ ਹੰਕਾਰ ਤੋੜੇ। ਸ਼੍ਰੀ ਅਨੰਦਪੁਰ ਸਾਹਿਬ ਵਿੱਚ ਰਹਿ ਕੇ ਮੁਰਦਿਆਂ ਨੂੰ ਜੀਵਨ ਦਿੱਤਾ, ਨੀਚਾਂ ਨੂੰ ਊਚ ਕੀਤਾ, ਕਰਮ ਕਾਂਡਾਂ ਦੇ ਸੰਗਲ ਕੱਟੇ, ਰੁਲਿਆਂ ਹੋਇਆਂ ਨੂੰ ਸ਼ਹਿਨਸ਼ਾਹੀ ਬਖਸ਼ੀ, ਹੱਥ ਵਿੱਚ ਠੂਠਾ ਫੜ ਭੀਖ ਮੰਗਦਿਆਂ ਦੇ ਸਿਰ ਤੇ ਸਰਦਾਰੀ ਦੇ ਤਾਜ ਸਜਾਏ। ਆਨੰਦਾਂ ਦੀ ਪੁਰੀ ਖਾਲਸੇ ਦਾ ਦਿਲ ਹੈ, ਖਾਲਸੇ ਦਾ ਘਰ ਹੈ। ਉਹ ਮੁਰਦਿਆਂ ਨੂੰ ਜਵਾਲਣ ਵਾਲੀ ਧਰਤੀ ਹੈ ਸਾਧ ਸੰਗਤ। ਸੋ ਜਿੱਥੇ ਬੈਠ ਕੇ ਸਭ ਕੋ ਗਰਭ ਵੱਡੇ ਕਰ ਭੰਜਨ, ਵੱਡੇ ਵੱਡੇ ਗਰਭ ਵਾਲੇ ਗਰੂਰ ਵਾਲਿਆਂ ਦਾ ਗਰਭ ਤੋੜਿਆ, ਹੰਕਾਰ ਤੋੜਿਆ ਮਹਾਰਾਜ। ਜੇਤੂਆਂ ਦੀ ਧਰਤੀ ਆ ਉਹ। ਇਸੇ ਲਈ ਤੇ ਸਿੱਖ ਮਾਣ ਨਾਲ ਕਹਿੰਦਾ ਵੀ ਖਾਲਸੇ ਦਾ ਜਨਮ ਸਥਾਨ ਹੈ। ਸੋ ਬੜੇ ਸਵੈ ਮਾਣ ਨਾਲ ਨਿਕਲਿਆ ਖਾਲਸਾ ਪੰਥ ਗੁਰੂ ਦੀ ਅਗਵਾਈ 'ਚ। ਮਾਯੂਸੀ ਵਿੱਚ ਨਹੀਂ ਨਿਕਲਿਆ ਸਾਧ ਸੰਗਤ ਜੀ, ਲਾਚਾਰੀ ਵਿੱਚ ਨਹੀਂ ਨਿਕਲਿਆ, ਬੜੇ ਆਤਮ ਵਿਸ਼ਵਾਸ ਨਾਲ ਨਿਕਲਿਆ, ਆਤਮ ਬਲ ਵਿੱਚ ਨਿਕਲਿਆ, ਚੜ੍ਹਦੀ ਕਲਾ ਵਿੱਚ ਨਿਕਲਿਆ। ਵੱਡਿਆਂ ਵੱਡਿਆਂ ਦਾ ਹੰਕਾਰ ਤੋੜ ਕੇ ਖਾਲਸੇ ਨੇ ਜਾਣ ਦਾ ਫੈਸਲਾ ਲਿਆ। ਸੰਤਨ ਜਨ ਕੇ ਮਨ ਕਰ ਰੰਜਨ, ਦੁਸ਼ਟਾਂ ਦਾ ਹੰਕਾਰ ਤੋੜਨਾ ਤੇ ਭਲਿਆਂ ਦੇ ਮਨ ਨੂੰ ਖੁਸ਼ੀ ਦੇਣੀ, ਇਹ ਕੌਤਕ ਆਨੰਦਾਂ ਦੀ ਪੁਰੀ ਵਿੱਚ ਵਰਤੇ ਹਨ। ਸਿੱਖ ਕੁਟੰਬ ਤੇ ਭਈ ਉਦਾਸ, ਸਾਧ ਸੰਗਤ ਜਿਹੜੇ ਕੁਝ ਵਸਣ ਵਾਲੇ ਸੀ ਸ਼੍ਰੀ ਅਨੰਦਪੁਰ ਸਾਹਿਬ, ਸਨੇਹ ਸੀ, ਉਹਨਾਂ ਨੇ ਕਿਹਾ ਮਹਾਰਾਜ ਜੀ ਵੀ ਤੁਸੀਂ ਜਾਓਗੇ ਸਾਡਾ ਚਿੱਤ ਨਹੀਂ ਲੱਗੇਗਾ। ਗਲੀਆਂ ਸੁੰਨੀਆਂ ਹੋ ਗਈਆਂ ਨਾ, ਗਲੀਆਂ ਆਨੰਦਾਂ ਦੀ ਪੁਰੀ ਦਾ ਇੱਕ ਇੱਕ ਕੱਖ ਵੀ ਸਤਿਗੁਰਾਂ ਦੀ ਉੱਥੋਂ ਦੀ ਵਹਿੰਦੀ ਹੋਈ ਪੌਣ, ਉੱਥੋਂ ਦਾ ਜ਼ਰਰਾ ਜ਼ਰਰਾ ਜੇ ਕਿਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀਆਂ ਨਿਗਾਹਾਂ ਨਾਲ ਵੇਖੋ ਤੇ ਉਹ ਕਹਿੰਦੇ ਵੀ ਆਨੰਦਾਂ ਦੀ ਪੁਰੀ ਉੱਤੇ ਤੇ ਅਸਮਾਨ ਵੀ ਧਰਤੀ ਤੇ ਝੁਕ ਜਾਂਦਾ ਵੀ ਹੇ ਕਲਗੀਆਂ ਵਾਲੇ ਪਾਤਸ਼ਾਹ ਤੇਰੇ ਚਰਨਾਂ ਦਾ ਬੋਸਾ ਲੈ ਲਈਏ, ਚੁੰਮ ਲਈਏ ਤੇਰੇ ਚਰਨਾਂ ਨੂੰ, ਉਸ ਮਿੱਟੀ ਨੂੰ ਚੁੰਮ ਲਈਏ ਜਿੱਥੇ ਤੇਰੇ ਚਰਨ ਟਿਕੇ। ਕੁਦਰਤੀ ਹੈ ਜੀ, ਇਹ ਕਵੀ ਦੇ ਅੰਦਰ ਦੀ ਭਾਵਨਾ ਹੈ, ਤਸੱਵਰ ਵੀ ਹੈ ਔਰ ਹਕੀਕਤ ਵੀ ਹੈ ਕਿ ਪਿਆਰ ਵਾਲੀਆਂ ਰੂਹਾਂ ਵਸਣ ਵਾਲੇ ਲੋਕ ਜਿਹੜੇ ਉੱਥੇ ਵਣਜ ਕਰਨ ਵਾਸਤੇ ਆਏ ਸਨ, ਕਾਰੋਬਾਰੀ ਆਏ ਸਨ, ਉਹ ਸੁਣ ਕੇ ਉਦਾਸ ਹੋ ਗਏ। ਤਜਿਓ ਸਨੇਹ ਜਾਨ ਦੁਖ ਰਾਸ, ਕਹਿੰਦੇ ਇਹਦੇ ਤੋਂ ਵੱਡਾ ਦੁੱਖ ਕੀ ਹੋਵੇਗਾ ਪਾਤਸ਼ਾਹ ਜੀ, ਤੁਹਾਡੇ ਦਰਸ਼ਨ ਨਹੀਂ ਹੋਣਗੇ। ਚਲਿਓ ਚਹਿਤ ਤਜ ਕਰ ਧਨ ਧਾਮੂ, ਸਾਰਾ ਕੁਝ ਛੱਡ ਕੇ ਤੁਸੀਂ ਚੱਲਣ ਦਾ ਫੈਸਲਾ ਕੀਤਾ ਹੈ। ਜਿਮ ਤਜ ਔਦ ਗਏ ਸ਼੍ਰੀ ਰਾਮੂ, ਬੇਪਰਵਾਹੀ ਕਹੋ ਕਹਾਂ ਲਗ ਗੁਰੂ ਵਡਾਈ। ਗੁਰੂ ਸਾਹਿਬ ਜੀ ਦੀ ਵਡਿਆਈ ਜਿਹੜੀ ਹੈ
ਉਹ ਪਿਆਰ ਦੀਆਂ ਖੇਡਾਂ, ਉੱਥੋਂ ਦਾ ਜਿਹੜਾ ਰੰਗ ਸੀ ਉਹ ਕਿੱਥੋਂ ਤੱਕ ਬਿਆਨ ਕੀਤਾ ਜਾਵੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹਨੂੰ ਕਿੱਥੋਂ ਤੱਕ ਮੈਂ ਤੁਹਾਡੇ ਸਮਕਸ਼ ਕਹਿ ਸਕਦਾ ਹਾਂ। ਜਿਨ ਕੇ ਚਲਤ ਲਖੇ ਨਹਿ ਜਾਈ, ਜਿਨ੍ਹਾਂ ਦੇ ਕੌਤਕਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਨ੍ਹਾਂ ਦੇ ਕੌਤਕਾਂ ਨੂੰ ਸਾਡੀ ਬੁੱਧੀ ਬਹੁਤ ਛੋਟੀ ਹੈ, ਅਲਪੱਗ ਹੈ, ਸਰਬੱਗ ਨੂੰ ਬਿਆਨ ਨਹੀਂ ਕਰ ਸਕਦੀ। ਰਹਿਨ ਦੁਰਗ ਮਹਿ ਕਿਨੇ ਨਾ ਮਾਨਿਓ। ਸਾਧ ਸੰਗਤ ਸਭ ਤਿਆਰ ਹੋਏ। ਗੁਰੂ ਪਾਤਸ਼ਾਹ ਜੀ ਦੇ ਨਾਲ ਭਾਵੇਂ ਦੁੱਖ ਹੋਵੇ, ਸੁੱਖ ਹੋਵੇ, ਸਤਿਗੁਰ ਜੀ ਅਸੀਂ ਤੁਹਾਨੂੰ ਨਹੀਂ ਛੱਡਾਂਗੇ। ਸਾਰੇ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਵਿੱਚ ਚੱਲਣ ਲਈ ਤਿਆਰ ਹੋ ਗਏ। ਚਲੋ ਤਿਆਰ ਹੋਵੇ ਤਵਹਿ ਬਖਾਨੇ। ਸਭ ਨੂੰ ਮਹਾਰਾਜ ਨੇ ਹੁਕਮ ਕੀਤਾ ਕਿ ਚਲੋ ਤਿਆਰ ਹੋ, ਜਿਹੜੇ ਚੱਲਣਾ ਚਾਹੁੰਦੇ ਆ। ਅੱਜ ਰਾਤ ਨੂੰ ਕੂਚ ਕੀਤਾ ਜਾਵੇਗਾ। ਸ਼ਾਹ ਗਰੇਸ਼ ਵਕੀਲ ਕਨੇਰੇ। ਉਹ ਬਾਦਸ਼ਾਹ ਦੇ ਜਿਹੜੇ ਆਏ ਹੋਏ ਦੂਤ ਸੀ ਉਹਨਾਂ ਨੂੰ ਕਿਹਾ ਵੀ ਜਾਓ, ਤੁਸੀਂ ਦੱਸ ਦਿਓ ਜਾ ਕੇ ਵੀ ਇਹ ਕੁਰਾਨ ਮਜੀਦ ਦਾ ਅਸੀਂ ਸਤਿਕਾਰ ਕਰਦੇ ਹਾਂ, ਅਸੀਂ ਸਾਰਿਆਂ ਦੇ ਧਰਮਾਂ ਦਾ ਅਦਬ ਕਰਦੇ ਹਾਂ, ਇਸ ਵਾਸਤੇ ਨੂੰ ਅਸੀਂ ਪ੍ਰਵਾਨ ਕਰਦੇ ਹਾਂ। ਸੋ ਇਸ ਲਈ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਅੱਜ ਬਿਆਨਾ ਕਰਾਂਗੇ। ਭੇਦ ਦੰਡ ਕਰ ਯਤਨ ਵਡੇਰੇ। ਜਿਨ੍ਹਾਂ ਨੇ ਸਮ ਦਮ ਦੰਡ ਭੇਦ ਦੇ ਸਾਰੇ ਯਤਨ ਪਹਿਲਾਂ ਕਰਕੇ ਹਾਰ ਚੁੱਕੇ ਸਨ। ਗੁਰੂ ਅਭੁੱਲ ਮਨਾਏ ਨਿਕਸਨ। ਉਹ ਸੱਚੇ ਪਾਤਸ਼ਾਹ ਮਹਾਰਾਜ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾ। ਗੁਰੂ ਕੋਈ ਐਸਾ ਨਹੀਂ ਹੈ ਵੀ ਗਲਤੀ ਹੋ ਗਈ ਜੀ, ਮਜਬੂਰੀ ਹੋ ਗਈ ਸੀ ਜਾਂ ਪਤਾ ਨਹੀਂ ਲੱਗਿਆ। ਮੇਰੇ ਸਤਿਗੁਰ ਜੀ ਨੂੰ ਅਸਲ 'ਚ ਜਿਹੜੇ ਲੋਕ ਇਨਸਾਨੀ ਬੁੱਧੀ ਨਾਲ ਛੋਟੀ ਸੋਚ ਦੇ ਦਾਇਰੇ 'ਚ ਸੋਚਦੇ ਆ ਨਾ, ਉਹ ਸਤਿਗੁਰ ਜੀ ਦੇ ਉਸ ਦੈਵੀ ਰੂਪ ਨੂੰ, ਉਸ ਰੱਬੀ ਜੋਤ ਦਾ ਉਹਨਾਂ ਨੂੰ ਅੰਦਾਜ਼ਾ ਨਹੀਂ ਸਾਧ ਸੰਗਤ। ਉਹਨਾਂ ਦੀ ਬੇਸਮਝੀ ਹੈ। ਸੋ ਅਭੁੱਲ ਸਤਿਗੁਰ ਜੀ ਨੇ ਇਹ ਨਿਰਣਾ ਕੀਤਾ ਹੈ। ਮਾਤ ਖਾਲਸੇ ਕੋ ਕਹਿਬੋ ਮਨ। ਮਾਤਾ ਜੀ ਦੇ ਰਾਹੀਂ ਜਿਹੜੇ ਸਿੰਘ ਆਪਣੀ ਚਰਚਾ, ਆਪਣੀ ਵਿਚਾਰ ਰੱਖਦੇ ਸੀ, ਉਹ ਮਾਤਾ ਜੀ ਦੇ ਬਚਨਾਂ ਨੂੰ ਵੀ ਸਤਿਗੁਰ ਜੀ ਨੇ ਮੰਨ ਲਿਆ। ਦੋਹਰਾ ਸਵਨ ਸੁਨਿਓ ਗੁਰ ਬਾਕ ਕੋ ਭਇਓ ਤਿਆਰ ਸਮੁਦਾਏ। ਜਦੋਂ ਮਹਾਰਾਜ ਨੇ ਫੈਸਲਾ ਕੀਤਾ ਵੀ ਅੱਜ ਰਾਤ ਨੂੰ ਅਸੀਂ ਕੂਚ ਕਰਾਂਗੇ, ਤਾਂ ਸਾਰੇ ਤਿਆਰ ਹੋ ਗਏ। ਸਾਰਿਆਂ ਨੇ ਗੁਰੂ ਦੇ ਬਚਨ ਨੂੰ ਸੁਣਿਆ। ਆਯੁਧ ਗਨ ਸਿੰਘਨ ਧਰੇ ਹੋਏ ਸਵਦਾਨ ਤਦਾਏ। ਆਯੁਧ ਗਨ ਸਿੰਘਨ ਧਰੇ, ਬਹੁਤ ਸਾਰੇ ਸਿੰਘਾਂ ਨੇ ਜਿਹੜੇ ਨਾਲ ਸੀ, ਲਗਭਗ 500 ਦੀ ਗਿਣਤੀ ਵਿੱਚ ਸਨ ਉਸ ਵੇਲੇ ਸਿੰਘ ਨਾਲ। ਸਾਰਿਆਂ ਨੇ ਜਿੰਨੇ ਜਿੰਨੇ ਸ਼ਸਤਰ ਸਜਾ ਸਕਦੇ ਸੀ, ਬਹੁਤੀ ਵਾਰੀ ਮੋਰਚਿਆਂ ਤੋਂ ਨਿਕਲਣ ਵਾਲੇ ਹਥਿਆਰ ਸੁੱਟ ਕੇ ਨਿਕਲਦੇ ਆ। ਜੰਗ ਦੀ ਸਮਾਪਤੀ ਨਹੀਂ ਸੀ ਇਹ ਸਾਧ ਸੰਗਤ, ਜੰਗ ਜਾਰੀ ਸੀ। ਇਸ ਵਾਸਤੇ ਸਭ ਨੇ ਜਿੰਨੇ ਸ਼ਸਤਰ ਸਜਾ ਸਕਦੇ ਸੀ, ਆਯੁਧ ਗਣ ਸਿੰਘਨ ਧਰੇ। ਗਣ ਮਤਲਬ ਬਹੁ ਗਿਣਤੀ 'ਚ ਸਭ ਨੇ ਸ਼ਸਤਰ ਤਨ ਉੱਤੇ ਸਜਾ ਲਏ। ਚੌਪਈ ਆਪਣੇ ਆਪਣੇ ਬੰਦ ਬੰਦ ਭਾਰ। ਆਪਣੇ ਆਪਣੇ ਭਾਰ ਜਿੰਨਾ ਜਿੰਨਾ ਚੁੱਕ ਸਕਦੇ ਸੀ, ਸ਼ਸਤਰਾਂ ਦਾ, ਤੀਰਾਂ ਦਾ, ਨੇਜੇ ਭਾਲਿਆਂ ਦਾ, ਸਭ ਨੇ ਸੰਭਾਲ ਲਿਆ। ਸ਼ਸਤਰ ਧਰੇ ਸਿਰ ਲੀਨ ਸਤਾਰ। ਸੀਸ ਦੇ ਸ਼ਸਤਰ, ਬਾਹਾਂ ਦੇ, ਕਮਰ ਕੱਸੇ ਦੇ, ਗਾਤਰੇ ਦੇ, ਸਭ ਨੇ ਧਾਰਨ ਕਰ ਲਏ। ਜਿਸ ਕੋ ਸ਼ਕਤ ਉਠਾਵਨ ਕੇਰੀ। ਜਿੰਨੀ ਜਿੰਨੀ ਸ਼ਕਤੀ ਸੀ ਸਰੀਰ 'ਚ ਚੁੱਕਣ ਦੀ ਜੀ, ਮਨ ਮਨ ਲੋਹਾ ਚੁੱਕੀ ਫਿਰਦੇ ਸੀ ਸਿੰਘ ਸਾਧ ਸੰਗਤ ਜੀ। ਤੇ ਇਕੱਲੇ ਸਿੰਘ ਨਹੀਂ, ਗੁਰੂ ਦੀਆਂ ਧੀਆਂ ਬੱਚੀਆਂ ਵੀ, ਮਾਫ ਕਰਨਾ, ਜਿਨ੍ਹਾਂ ਨੂੰ ਕਈ ਵਾਰੀ ਅੱਜ ਸਿਰ ਤੇ ਚੁੰਨੀ ਦਾ ਵੀ ਭਾਰ ਮਹਿਸੂਸ ਹੋਣ ਲੱਗ ਪਿਆ, ਅੱਖਾਂ ਦੇ ਰੋਮਾਂ ਦਾ ਵੀ ਭਾਰ ਮਹਿਸੂਸ ਹੋਣ ਲੱਗ ਪਿਆ। ਇੱਦਾਂ ਉਹ ਧਰਮ ਯੁੱਧ ਦੇ ਚਾਅ ਵਿੱਚ ਤਿਆਰ ਬਰ ਤਿਆਰ ਰਹਿੰਦੇ ਸੀ, ਇੰਨੇ ਉਦਮੀ ਸਨ। तो गुरु के प्यारे सिंह बच्चे सब तैयार हो गए। सो तिन शीस धरी तिस बेरी। तो जिन्ना जिन्ना उठा, जिसको शक्त उठावन के, जिन्नी जिन्नी समर्था सी, उन्ना उन्ना वजन शस्त्रां दा चुक लिया। चार घटी जब निशा गुजारी। चार कु घड़ियां जदों रात गुजरी, सच्चे पातशाह महाराज 6 पोह दी रात, सफ़र सतगुर जी का, सतगुर जी के कुटुंब का 1704 सन। ते 4 कु घड़ियां रात बीती है। नीके भई सवन की तैयारी। चंगी तरह सारे शस्त्र संभाल के तैयार बर तैयार, कमर कसे करके
पूरी तरह महाराज ने ਸਿੰਘਾਂ ने कहा जी तैयारी साडी। सतगुरु जी समेत सब तैयार हो गए। श्री मुख ते तब हुक्म बखाना, गुरु साहब जी ने फिर मुखार बिंद तो हुक्म किया, करै एकत्र बहीर पियाना। महाराज कहन लगे भी सारिਆਂ ਨੂੰ ਪਹਿਲਾਂ ਇਕੱਠਿਆਂ ਕਰੋ। फिर वहीर नूं काफले नूं एक विशेष रूप दिता जी धन गुरु गोबिंद सिंह महाराज ने, दूर अंदेशी जंगी नुकता निगाह तो। ਐਵੇਂ नहीं तुर पे आपो तापी वाहो दाई आनंदपुर साहब छड्ड के दौड़ पे, इदा नहीं जी। एक वैल डिसिपलिनड, बहुत मान मर्यादा च, बड़े संजम जाबते च, गुरु के हुक्म के अंदर, क्योंकि भज नहीं सन रहे, गुरु के हुक्म च तुर रहे सन। तो सारे काफले नूं इकट्ठियां करके श्री आनंदपुर साहब छड्डिया जा रहा, मोर्चा छड्डिया जा रहा, मुकाम छड्डिया जा रहा, जंग नहीं छड्डी जा रही, शस्त्रां नाल लदे हुए ने। एक बड़े संजम विच, जाबते विच, मान मर्यादा विच सारे काफले नूं पहलां इकट्ठियां कीता, फिर उन्होंने एक तरतीब दिती। साध संगत जी, वो तरतीब किदां दी सी, कल नूं सतगुरु जी साडी सोझी च पाउण, भुल्लां बख्शणियां जी, असीस देनी। वाहिगुरू जी का खालसा, वाहिगुरू जी की फतेह। हे अचुत, हे पार ब्रह्म, हे पूरन, हे सर्ब मह, हे संगी, हे निरंकार, हे गोबिंद, हे गुण निधान, हे अपरंपर हर हरे, हे संतां कै सदा संग, हे ठाकुर हौं दासरो, नानक दीजै नाम दान, आए प्रभ शरणागति, एक अखर हर मन बस्त, एक अखर हर मन बस्त, गुर के भाणे विच आवै, जे गुर के भाणे विच आवै, गुर के भाणे विच आवै, जे गुर के भाणे विच आवै, सो सिख सखा बंदप है, भाई गुर के भाणे विच आवै, जे गुर के भाणे विच आवै, गुर के भाणे विच आवै, जे गुर के भाणे विच आवै, अपने भाणे जो चलै भाई, अपने भाणे जो चलै भाई, विछड़ चोटां खावै, विछड़ चोटां खावै, विछड़ गुर के भाणे विच आवै, गुर के भाणे विच आवै, जे वाहिगुरू जी का खालसा, वाहिगुरू जी की फतेह।